ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ ਤੇ ਕਿਸਾਨ ਅੰਦੋਲਨ ਭਖਿਆ ਹੋਇਆ ਹੈ ਹਰ ਪਾਸੇ। ਸਿਰਫ ਦਿੱਲੀ ਦੀਆਂ ਬਰੂਹਾਂ ਤੇ ਨਹੀਂ, ਅੰਦੋਲਨ ਅਸਲ ਵਿੱਚ ਫੈਲ ਚੁੱਕਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ, ਸਾਡੀਆਂ ਬਹਿਸਾਂ ਵਿੱਚ, ਬੁੱਧੀਜੀਵੀਆਂ ਦੀਆਂ ਲਿਖਤਾਂ ਵਿੱਚ, ਸਾਡੇ ਮਨ ਦੇ ਡੂੰਘੇ ਖੂੰਜਿਆਂ ਤੱਕ ਅੰਦੋਲਨ ਹੁਣ ਚੌਤਰਫੀ ਤਾਰੀ ਹੈ। ਗਲੀ-ਗਲੀ, ਨੁੱਕਰ-ਨੁੱਕਰ, ਹਰ ਸੋਸ਼ਲ ਮੀਡੀਆ, WhatsApp, ਟਵਿੱਟਰ ਹੈਂਡਲ ਉੱਤੇ ਬਹਿਸ ਜਾਰੀ ਹੈ। ਸਾਦੇ ਅਤੇ ਪ੍ਰੈਡਿਕਟੇਬਲ ਸਵਾਲ ਪੁੱਛੇ ਜਾ ਰਹੇ ਹਨ। ਜੀ ਬਣੇਗਾ ਕੁਝ? ਸਰਕਾਰ ਝੁਕੇਗੀ ਕਿ ਨਹੀਂ? ਇਹ ਕੋਈ ਕਾਂਡ ਤਾਂ ਨਹੀਂ ਕਰ ਦੇਣਗੇ? ਅਤੇ ਔਖੇ ਗੁੰਝਲਦਾਰ ਸਵਾਲ, ਨੁਐਂਸਡ, ਖੱਬੇ ਪੱਖੀਆਂ ਅਤੇ ਕਿਸੇ ਵੱਖਰੇ ਧਰਮੀ ਦੇਸ਼ ਦਾ ਸੰਕਲਪ ਦਿਲ ਦੀ ਕਿਸੇ ਨੁਕਰੇ ਪਾਲੀ ਬੈਠੇ ਲੋਕਾਂ ਵਿਚਲੇ ਵਖਰੇਵੇਂ ਬਾਰੇ, ਧਾਰਮਿਕ ਪਛਾਣ ਦੇ ਮੁੱਦੇ ਅਤੇ ਕਿਸਾਨੀ ਦੇ ਮੁੱਦਿਆਂ ਦੇ ਰਲਗੱਡ ਹੋ ਜਾਣ ਬਾਰੇ, ਲੜਾਈ, ਮੋਰਚਾ, ਸੰਘਰਸ਼ ਪੰਜਾਬ ਖੇਤੀ ਕਿਰਸਾਨੀ ਦੇ ਆਰਥਿਕ ਹੱਕਾਂ ਬਾਰੇ ਹੈ ਕਿ ਕਿਸੇ ਵਡੇਰੇ ਮੰਤਵ ਲਈ ਇਹਨੂੰ ਟੈਕਟੀਕਲ ਸਪੋਰਟ ਦੇ ਰਹੀ ਹੈ ਕੋਈ ਧਿਰ। ਇੱਕ ਪਾਸੇ ਪੰਜਾਬ ਦਾ ਇਤਿਹਾਸਕ ਤਜਰਬਾ, ਸਿੱਖੀ ਦਾ ਵਿਰਸਾ, ਫਲਸਫਾ, ਰੂਹਾਨੀਅਤ ਅਤੇ ਅਧਿਆਤਮਿਕਤਾ ਦੀ ਬੁਨਿਆਦ, ਅਤੇ ਦੂਜੇ ਪਾਸੇ ਆਰਥਿਕ ਸਮਾਜਿਕ ਸੰਘਰਸ਼ਾਂ ਦਾ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਕੀਤਾ ਵਿਸ਼ਲੇਸ਼ਣ। ਇਹ ਕਿੱਥੇ ਇੰਟਰਸੈਕਟ ਕਰ ਰਹੇ ਹਨ? ਵੈਸੇ ਕੋਈ ਸੱਚਮੁੱਚ ਐਸੀ ਬਾਈਨਰੀ ਹੈ ਵੀ ਕਿ ਹੈ ਤਾਂ ਸਹੀ ਪਰ ਆਪਾਂ ਤਸਲੀਮ ਨਹੀਂ ਕਰਨੀ, ਹਾਲੇ ਪੋਲੀਟੀਕਲੀ ਕਰੈਕਟ ਰਹਿਣਾ? ਇਹ ਸਭ ਜ਼ਰੂਰੀ ਕਰੂਸ਼ੀਅਲ ਸਵਾਲ ਹਨ। ਸਾਡੇ ਨਾਲ ਅੱਜ ਇਸ ਚਰਚਾ ਵਿੱਚ ਸ਼ਾਮਲ ਹਨ ਪੰਜਾਬੀ ਜੁਝਾਰੂ ਵਿਚਾਰਕ ਪਰੰਪਰਾ ਦੀ ਇਤਿਹਾਸਕਾਰੀ ਲਈ ਜਾਣੇ ਜਾਂਦੇ ਸਕਾਲਰ ਡਾਕਟਰ ਸੁਮੇਲ ਸਿੰਘ ਸਿੱਧੂ ਜੀ, ਅਤੇ ਪੰਜਾਬ ਨੂੰ, ਇਹਦੇ ਇਤਿਹਾਸ ਅਤੇ ਵਿਰਸੇ ਨੂੰ, ਅਤੀਤ ਅਤੇ ਵਰਤਮਾਨ ਨੂੰ ਪੜ੍ਹਦੇ, ਨਜਿੱਠਦੇ ਅਤੇ ਮਾਰਕਸਵਾਦ ਦਾ ਤਾਉਮਰ ਅਧਿਐਨ ਕਰਦੇ ਵਿਦਵਾਨ, ਅਤੇ ਲੈਟ ਮੀ ਐਡ ਪੰਜਾਬੀ ਡਾਇਸਪੋਰਾ, ਪ੍ਰਵਾਸੀ ਪੰਜਾਬੀ ਅਤੇ ਪ੍ਰਵਾਸੀ ਪੰਜਾਬ ਨੂੰ ਨੇੜਿਓਂ ਸਮਝਣ ਵਾਲੇ ਵਿਦਵਾਨ ਚਿੰਤਕ ਸਤਨਾਮ ਸਿੰਘ ਚਾਨਾ ਜੀ। ਚਾਨਾ ਜੀ ਵੈਸੇ ਫਿਲਮ ਮੇਕਰ ਵੀ ਨੇ। ਸੁਮੇਲ ਸਿੰਘ ਸਿੱਧੂ ਜੀ, ਇੱਕ ਤਾਂ ਇਸੇ ਜਿਹੇ ਡਿਬੇਟ ਦੇ ਕੁਝ ਐਸਪੈਕਟਸ ਤੇ ਆਪਾਂ ਕੁਝ ਸਮਾਂ ਪਹਿਲਾਂ ਵੀ ਇਕੱਠੇ ਹੋਏ ਸੀ, ਜਿਸ ਵੇਲੇ ਤੁਸੀਂ ਤੇ ਪੰਜਾਬੀ ਯੂਨੀਵਰਸਿਟੀ ਤੋਂ ਡਾਕਟਰ ਸੁਰਜੀਤ ਸਿੰਘ ਜੀ ਇੱਥੇ ਹਾਜ਼ਰ ਸਨ। ਤੇ ਦਰਅਸਲ ਮੈਂ ਅੱਜ ਦੇ ਡਿਬੇਟ ਨੂੰ ਉਹਦੀ ਕੰਟੀਨਿਊਟੀ ਵਿੱਚ ਵੀ ਦੇਖਣਾ ਚਾਹ ਰਿਹਾ ਸੀ ਤੇ ਉਸ ਕੰਟੀਨਿਊਟੀ ਕਰਕੇ ਤੁਹਾਨੂੰ ਗੁਜ਼ਾਰਿਸ਼ ਕੀਤੀ ਸੀ ਇੱਥੇ ਹਿੱਸਾ ਲੈਣ ਲਈ। ਕੁਝ ਸਵਾਲ ਤਾਂ ਇਕਤਦਾਈਏ ਦੇ ਵਿੱਚ ਆ ਹੀ ਗਏ ਨੇ। ਸੋ ਇੱਕ ਤਾਂ ਭਖਵਾਂ ਡਿਬੇਟ ਚੱਲ ਰਿਹਾ, ਵੈਸੇ ਉਹ ਸਾਈਡ ਲਾਈਨਸ ਤੇ ਲਗਾਤਾਰ ਨਾਲ ਚੱਲ ਰਿਹਾ ਸੀ। 26 ਜਨਵਰੀ ਵਾਲੀ ਘਟਨਾ ਤੋਂ ਬਾਅਦ ਉਸ ਡਿਬੇਟ ਨੇ ਬਹੁਤ ਤੂਲ ਫੜਿਆ। ਇੱਕ ਡਿਸਓਨਿੰਗ ਦੀ ਪਰੰਪਰਾ ਵੀ ਬੜੀ ਛੇਤੀ ਨਾਲ ਚੱਲੀ ਕਿ ਜਿਹੜੇ ਭਾਈ ਰੈਵਨਿਊ ਦੀ ਇਸ ਬਾਉਂਡਰੀ ਤੋਂ ਪਰਲੇ ਪਾਸੇ ਚਲੇ ਗਏ ਸੀਗੇ ਦੂਜੇ ਪਟਵਾਰੀ ਦੇ ਹਿੱਸੇ ਦੇ ਵਿੱਚ, ਉਹ ਤੇ ਸਰਕਾਰੀਏ ਕੋਈ ਹੋ ਗਏ ਨੇ ਜਾਂ ਕੋਈ ਖਤਰਨਾਕ ਬੰਦੇ ਨੇ, ਸਾਡੇ ਵਿੱਚ ਵੜ ਆਏ ਸੀ, ਸਾਡੇ ਪਹਿਲਾਂ ਕਦੀ ਹੈ ਹੀ ਨਹੀਂ ਸੀ, ਨੌਜਵਾਨ ਅਸਲੀ ਸਾਡੇ ਨਾਲ ਹੈ ਤੇ ਨਕਲੀ ਜਿਹੜਾ ਉਹ ਮਹਿਰਾਜ ਚਲਾ ਜਾਂਦਾ। ਇਹ ਜਿਹੜੀ ਡਿਸਓਨਿੰਗ ਹੈ, ਇਸ ਫੈਨੋਮੈਨਨ ਬਾਰੇ ਦੱਸੋ। ਖੱਬੇ ਤੇ ਇਹ ਸੱਜੇ ਦੀ ਇਹ ਜਿਹੜੀ ਨਵੀਂ ਫਾਲਟ ਲਾਈਨ ਉੱਭਰ ਰਹੀ ਹੈ ਜਾਂ ਪੁਰਾਣੀ ਫਾਲਟ ਲਾਈਨ ਦੁਬਾਰਾ ਜ਼ੋਰ ਨਾਲ ਉੱਭਰ ਰਹੀ ਹੈ, ਇਹਦੇ ਬਾਰੇ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਤੇ ਭਖੇ ਹੋਏ ਅੰਦੋਲਨ ਦੇ ਵਿੱਚ ਗੁੰਝਲਦਾਰ ਸਵਾਲਾਂ ਨਾਲ ਜਿਸ ਤਰੀਕੇ ਨਾਲ ਪੰਜਾਬ ਸਿੱਝ ਰਿਹਾ, ਹਾਊ ਡੂ ਯੂ ਸੀ ਦਿਸ? ਮੈਂ ਇਹ ਕਹਿਣਾ ਚਾਹੂੰਗਾ ਕਿ ਇੱਕ ਚੱਲ ਰਹੇ ਤੇ ਆਧਾਰ ਬਣਾਉਂਦੇ ਜਾ ਰਹੇ ਅੰਦੋਲਨ ਦੇ ਆਸ-ਪਾਸ ਅਜਿਹੀਆਂ ਵਿਚਾਰਧਾਰਕ ਬਹਿਸਾਂ ਦਾ ਚੱਲਣਾ ਇੱਕ ਤੇ ਬੜਾ ਕੁਦਰਤੀ ਵਰਤਾਰਾ। ਅਸੀਂ ਕਿਉਂਕਿ ਉਹਨਾਂ ਬਹਿਸਾਂ ਨੂੰ ਕਿਸੇ ਸੰਜੀਦਗੀ ਦੇ ਨਾਲ ਨਹੀਂ ਚਲਾ ਪਾ ਰਹੇ, ਅਸੀਂ ਉਹਨੂੰ ਲੈ ਕੇ ਇੱਕ ਦੂਜੇ ਦੇ ਗਿੱਟੇ ਗੋਡੇ ਛਾਂਗਣ ਦੇ ਵਿੱਚ ਸਾਡੀ ਜ਼ਿਆਦਾ ਦਿਲਚਸਪੀ ਹੈ, ਪੱਗਾਂ ਪੁੱਗਾਂ ਲਾਉਣ ਦੇ ਵਿੱਚ ਔਰ ਬੜੇ ਕਰਕਸ਼ ਬੋਲਿਆਂ ਦੇ ਵਿੱਚ ਆਪਣੀ ਗੱਲ ਕਹਿਣ ਦਾ ਰੁਝਾਨ, ਕਿਉਂਕਿ ਪੰਜਾਬ ਨੇ ਪਿਛਲੀਆਂ 35-40 ਸਾਲਾਂ ਦੇ ਵਿੱਚ ਇਹ ਕਮਾਇਆ ਹੈ, ਇੱਕ ਕਿਸਮ ਦੀ ਗਹਿਰੀ ਸੰਜੀਦਾ ਗੱਲ ਨੂੰ ਜ਼ਲੀਲ ਕਰਕੇ ਉਸ ਨੂੰ ਬੜੇ ਉਜੱਡ ਤੇ ਮਾਰਖੋਰੇ ਬੋਲਿਆਂ ਦੇ ਵਿੱਚ ਤਬਦੀਲ ਕਰ ਲੈਣਾ। ਇਹ ਕਿਤੇ ਨਾ ਕਿਤੇ ਅਸੀਂ ਸਿੱਖਿਆ ਹੈ ਜਾਂ ਅਣਸਿੱਖਿਆ ਕੀਤਾ ਹੈ। ਇਸ ਕਰਕੇ ਜਿਹੜੇ ਸਵਾਲ ਨੇ ਉਹ ਤੇ ਬੜੇ ਜ਼ਰੂਰੀ ਨੇ ਜਿਹੜੇ ਇਹ ਉੱਠ ਰਹੇ ਨੇ, ਪਰ ਸਾਨੂੰ ਇਹਦੇ ਉੱਪਰ ਉਨੇ ਹੀ ਬਲ ਦੇ ਨਾਲ ਕਹਿਣਾ ਚਾਹੀਦਾ ਕਿ ਇਹਦਾ ਕਰਨ ਦਾ ਤਰੀਕਾ ਬਿਲਕੁਲ ਗਲਤ ਹੈ। ਜੇ ਭਾਸ਼ਾ ਨੂੰ ਛੱਡ ਵੀ ਦਈਏ ਤਾਂ ਸਵਾਲ ਉਹ ਕ੍ਰੂਸ਼ੀਅਲ, ਇਹਦੇ ਤੇ ਆਪਣੀ ਸਵਾਲ ਉਹ ਕ੍ਰੂਸ਼ੀਅਲ ਨੇ, ਕਿਉਂਕਿ ਇਹਨੂੰ ਅੱਛੇ ਤਰੀਕੇ ਨਾਲ ਵੀ ਕਿਹਾ ਗਿਆ। ਜਸਪਾਲ ਸਿੰਘ ਸਿੱਧੂ ਹੋਰਾਂ ਦਾ ਇੱਕ ਆਰਟੀਕਲ ਰੀਸੈਂਟਲੀ ਜਿਹੜਾ ਆਇਆ ਸੀਗਾ, ਕੋਈ ਅਕਲ ਦਾ ਕਰੋ ਇਲਾਜ ਯਾਰੋ, ਉਹਨਾਂ ਨੇ ਬਕਾਇਦਾ ਕੁਐਸਚਨ ਕੀਤਾ ਹੈ ਕਿ ਜਿਹੜੀ ਧਿਰ ਉੱਥੇ ਝੰਡਾ ਚਲਾ ਰਹੀ ਹੈ ਉਸਨੇ ਕੀ ਪ੍ਰਾਪਤ ਕੀਤਾ ਹੈ, ਜਿਹੜੇ ਉਹਨੂੰ ਡਿਸਓਨ ਕਰ ਰਹੇ ਨੇ ਉਹ ਕਿਸ ਜ਼ਾਵੀਏ ਤੋਂ ਡਿਸਓਨ ਕਰ ਰਹੇ ਨੇ। ਇਹ ਜ਼ੇਬ ਦੋਹਾਂ ਧਿਰਾਂ ਨੂੰ ਚੀਜ਼ਾਂ ਨਹੀਂ ਦਿੱਤੀਆਂ ਤਾਂ ਉਹਨਾਂ ਨੇ ਇਹਦੇ ਨਾਲ ਦਸਤ ਪੰਜਾ ਲਿਆ। ਮੈਂ ਉਹਨਾਂ ਦੀ ਗੱਲ ਨੂੰ ਪੜ੍ਹਿਆ ਔਰ ਮੈਂ ਇਹ ਕਹਿਣਾ ਚਾਹੂੰਗਾ ਕਿ ਇੱਕ ਗਲਤੀ ਜਿਹੜੀ ਕੀਤੀ ਜਾ ਰਹੀ ਹੈ ਉਹ ਇਹ ਹੈ ਕਿ ਸਿੱਖ ਤੇ ਕਾਮਰੇਡ ਨੂੰ ਦੋ ਵੱਖਰੀਆਂ ਧਿਰਾਂ ਬਣਾਇਆ ਜਾ ਰਿਹਾ ਹੈ। ਇਹ ਪੰਜਾਬ ਦੇ ਇਤਿਹਾਸ ਦੇ ਨਾਲ ਬਹੁਤ ਵੱਡਾ ਧਰੋਹ ਹੈ। ਜਿਹੜੇ ਬੰਦੇ ਵੀ ਇਸ
ਦੁਸ਼ਮਣੀ ਨੂੰ ਜਾਂ ਇਹਨੂੰ ਇੱਕ ਵਿਰੋਧੀ ਜੁੱਟਾਂ ਦੇ ਵਜੋਂ ਜਿਹੜੇ ਦੇਖਦੇ ਨੇ, ਪਹਿਲੀ ਗੱਲ। ਔਰ ਉਹਦੀ ਵਿਸਥਾਰ ਚ ਜਾਣ ਦਾ ਜੇ ਬੈਸਟ ਮੌਕਾ ਮਿਲਿਆ ਤੇ ਗੱਲ ਕਰਾਂਗੇ। ਚਾਨਾ ਜੀ ਤਾਂ ਹੈ ਹੀ ਨੇ ਜੀ। ਮੈਂ ਇਸ ਦੇ ਵਿੱਚ ਜਿਹੜੀ ਅਗਲੀ ਗੱਲ ਜੋੜਨੀ ਇਹ ਚਾਹੁੰਦਾ ਕਿ ਗੌਰ ਕਰੋ ਕਿ ਜਦੋਂ ਬੰਦਾ ਸਿੰਘ ਬਹਾਦਰ ਸਾਂਝੀ ਲੜਾਈ ਕਿਸਾਨਾਂ ਦੀ, ਪੇਂਡੂਆਂ ਦੀ, ਉਹਨਾਂ ਦੇ ਹੱਕਾਂ ਦੇ ਲਈ, ਉਹਨਾਂ ਦੀ ਮੁਕਤੀ ਦੇ ਲਈ ਲੜ ਰਿਹਾ ਸੀ, ਬੰਦਈ ਖਾਲਸਾ ਆਖਿਆ ਜਾ ਰਿਹਾ ਸੀ, ਜਿਹੜੇ ਬੰਦਾ ਬਹਾਦਰ ਦੀ ਫੌਜ ਦੇ ਨਾਲ ਨੇ ਜਾਂ ਉਹਦੇ ਪ੍ਰੋਗਰਾਮ ਦੇ ਨਾਲ ਨੇ, ਉਹਦੇ ਸਾਰੇ ਐਲਾਨਨਾਮੇ ਦੇ ਨਾਲ ਨੇ, ਉਹਦੇ ਖਿਲਾਫ ਵੀ ਸਿੱਖਾਂ ਦੇ ਵਿੱਚ ਇੱਕ ਧਿਰ ਸੀ ਉਸ ਵੇਲੇ ਜਿਹੜੀ ਆਪਣੇ ਆਪ ਨੂੰ ਤਤ ਖਾਲਸਾ ਕਹਿ ਕੇ ਤੇ ਬੰਦਾ ਬਹਾਦਰ ਨੂੰ ਸਿੱਖੀ ਤੋਂ ਡੋਲਿਆ ਹੋਇਆ ਤੇ ਪਤਿਤ ਤੇ ਕੁਰੈਤਾਂ ਕਰਨ ਦਾ ਭਾਗੀ ਹੋਣ ਕਰਕੇ ਉਹਦਾ ਸਾਥ ਦੇਣ ਤੋਂ ਲਗਾਤਾਰ ਇਨਕਾਰ ਕਰ ਰਹੀ ਸੀ। ਬਲਕਿ ਜੋ ਗੜੀ ਗੁਰਦਾਸ ਨੰਗਲ ਦਾ ਘੇਰਾ ਪਿਆ ਉਹਦੇ ਵਿੱਚ ਉਹ ਮੁਗਲਾਂ ਦੀ ਫੌਜ ਦੇ ਨਾਲ ਸਨ। ਬੰਦਾ ਬਹਾਦਰ ਦੀ ਤੇ ਵਿਰਾਸਤ ਨਾਲ ਅਸੀਂ ਉਹਨਾਂ ਦੇ ਜਾਣ ਤੋਂ ਬਾਅਦ ਵੀ ਬਹੁਤ ਨਜਾਇਜ਼ ਕੀਤੀ ਹੈ ਇਤਿਹਾਸਕਾਰਾਂ ਨੇ ਇਹ ਬਿਲਕੁਲ। ਸੋ ਜਦੋਂ ਅਸੀਂ ਸਿੱਖ ਤੇ ਕਾਮਰੇਡ ਕਹਿੰਦੇ ਆ ਤਾਂ ਉਹਦੇ ਵਿੱਚ ਮੈਨੂੰ ਕਈ ਵਾਰ ਇਹ ਲੱਗਦਾ ਹੁੰਦਾ ਕਿ ਸਾਨੂੰ ਇਹ ਡਿਸਟਿੰਕਸ਼ਨ ਕਰਨੀ ਚਾਹੀਦੀ ਹੈ ਕਿ ਕੀ ਸਿੱਖਾਂ ਦੇ ਵਿੱਚ ਦਮਦਮੀ ਟਕਸਾਲ ਦੀ ਜਿਹੜੀ ਇੱਕ ਵਿਚਾਰਧਾਰਾ ਹੈ, ਜਿਹੜੀ ਇੱਕ ਸਿੰਘ ਸਭਾ ਦੀ ਵਿਚਾਰਧਾਰਾ ਹੈ, ਇਹਨਾਂ ਨੇ ਜਿਸ ਤਰ੍ਹਾਂ ਦੇ ਨਾਲ ਸਿੱਖੀ ਨੂੰ ਪਰਿਭਾਸ਼ਿਤ ਕੀਤਾ ਹੈ, ਕੀ ਅਸੀਂ ਸਿਰਫ ਉਸੇ ਨੂੰ ਸਿੱਖੀ ਆਖਾਂਗੇ ਕਿ ਕੀ ਜਿਹੜੀ ਸਿੱਖੀ ਅਕਾਲੀ ਲਹਿਰ ਦੇ ਦੌਰਾਨ ਸਾਹਮਣੇ ਆਈ ਸਾਂਝੀਵਾਲਤਾ ਵਾਲੀ, ਜਿਹੜੀ ਸਿੱਖੀ ਗਦਰੀ ਬਾਬਿਆਂ ਦੀ ਹੈ, ਜਿਹੜੀ ਸਿੱਖੀ ਨਾਮਧਾਰੀਆਂ ਦੀ ਹੈ, ਜਿਹੜੀ ਸਿੱਖੀ ਸਰਦਾਰ ਅਜੀਤ ਸਿੰਘ ਦੀ ਹੈ ਜਿਵੇਂ ਉਹ ਇਹਨੂੰ ਇੱਕ ਨਵੇਂ ਸੰਘਰਸ਼ ਦੇ ਵਿੱਚ ਲੈ ਕੇ ਆਉਂਦੇ ਨੇ, ਜਿਹੜੀ ਸਿੱਖੀ 1845-46 ਦੀ ਸਭਰਾਵਾਂ ਦੀ ਜੰਗ ਵੇਲੇ ਜਿਹੜੀ ਜੰਗਨਾਮਾ ਸ਼ਾਹ ਮੁਹੰਮਦ ਦੇ ਵਿੱਚ ਜਿਹੜੀ ਸਾਨੂੰ ਦਿਸਦੀ ਹੈ, ਔਰ ਜਿਹੜੀ ਬੰਦਾ ਬਹਾਦਰ ਦੀ ਸਿੱਖੀ ਹੈ, ਨਹੀਂ ਕੋਈ ਤੀਸਰੀ ਜਾਤ ਪੰਜਾਬ ਵਿੱਚ ਬਿਲਕੁਲ ਕੋਈ ਨਹੀਂ ਸੀ ਤੀਸਰੀ ਜਾਤ ਆਈ। ਮਤਲਬ ਇਹ ਸਿੱਖੀ ਹੈ ਕਿ ਆਹ ਸਿੱਖੀਆਂ ਨੇ। ਇੱਕ ਤੇ ਇਹਦੇ ਵਾਲੇ ਗੱਲ ਕਰਨ ਦੀ ਲੋੜ ਹੈ। ਦੂਸਰੀ ਗੱਲ ਇਹ ਕਿ ਕਾਮਰੇਡ ਸ਼ਬਦ ਦਾ ਮਤਲਬ ਸਾਨੂੰ ਉਹਦੇ ਵਿੱਚ ਵੀ ਇੱਕ ਗੱਲ ਦੀ ਡਿਸਟਿੰਕਸ਼ਨ ਕਰਨੀ ਪੈਣੀ ਹੈ ਕਿ ਕੀ ਸਟਾਲਿਨ ਦਾ ਦਿੱਤਾ ਹੋਇਆ ਮਾਰਕਸਵਾਦ ਹੈ ਉਸ ਨੂੰ ਅਸੀਂ ਕਾਮਰੇਡੀ ਆਖਾਂਗੇ, ਜਿਹੜਾ ਬਿਲਕੁਲ ਇੱਕ ਲਿਹਾਜ਼ ਦੇ ਨਾਲ ਜਿਹੜਾ ਮਾਰਕਸਵਾਦੀ ਸਿਧਾਂਤ ਦੇ ਨਾਲ ਹੀ ਜਿਹੜਾ ਬਹੁਤ ਵੱਡਾ ਧਰੋਹ ਹੈ ਇੱਕ ਕਿਸਮ ਦਾ, ਜਿਹੜਾ ਕਿ ਬੁਨਿਆਦੀ ਤੌਰ ਤੇ ਇੱਕ ਰਾਜ ਭਾਗ ਨੂੰ ਚੱਲਦਾ ਰੱਖਣ ਦੀ ਕਵਾਇਦ ਹੈ, ਜਿਸ ਨੇ ਕਿ ਸੰਸਾਰ ਪੱਧਰ ਦੇ ਉੱਤੇ ਮਾਰਕਸਵਾਦੀ ਅੰਦੋਲਨ ਦਾ ਬੇਪਨਾਹ ਨੁਕਸਾਨ ਕੀਤਾ। ਮੈਂ ਇਸ ਕਰਕੇ ਕਹਿ ਰਿਹਾ ਕਿ ਜਿਹੜੇ ਸਾਡੇ ਬੰਦਿਆਂ ਨੂੰ ਅਸੀਂ ਖੱਬੇ ਪੱਖੀ ਜਾਂ ਕਾਮਰੇਡ ਕਹਿ ਰਹੇ ਹਾਂ ਉਹਨਾਂ ਦੇ ਅੰਦਰ ਵੀ ਸਾਨੂੰ ਇੱਕ ਡਿਸਟਿੰਕਸ਼ਨ ਕਰਨ ਦੀ ਲੋੜ ਹੈ ਕਿ ਉਹ ਸਟਾਲਿਨਵਾਦੀ ਨੇ ਕਿ ਦੂਸਰੇ ਭਗਤ ਸਿੰਘ ਜਾਂ ਗਦਰੀਆਂ ਦੀ ਟ੍ਰੈਡੀਸ਼ਨ ਦੇ ਮਾਰਕਸਵਾਦੀ ਜੀ। ਇੱਕ ਤਾਂ ਚਾਨਾ ਸਾਹਿਬ ਇੱਕ ਤਾਂ ਜਿਹੜਾ ਸਮੀਰਾ ਨੇ ਗੱਲ ਕੀਤੀ ਕਿ ਜਿਸ ਕਿਸਮ ਦੀ ਭਾਸ਼ਾ 'ਚ ਕੀਤਾ ਜਾ ਰਿਹਾ ਡਿਬੇਟ ਵਟਐਵਰ ਹੈ ਨਾ, ਗੱਲ ਇਹ ਹੈ ਕਿ ਇਸ ਕਿਸਮ ਦੀਆਂ ਵਿਚਾਰਧਾਰਾਵਾਂ ਜਦੋਂ ਟਕਰਾਉਂਦੀਆਂ ਨੇ ਮੈਦਾਨ ਨੇ ਜੰਗ ਵਿੱਚ, ਤੇ ਹੁਣ ਮੈਦਾਨੇ ਜੰਗ ਵੀ ਤੇ ਅੱਜ ਕੱਲ੍ਹ WhatsApp ਤੇ Facebook ਹੀ ਨੇ ਉੱਥੇ ਹੈ ਨਾ, ਜਾਂ ਇਸ ਕਿਸਮ ਦੀਆਂ ਬਹਿਸਾਂ ਨੇ, ਜੇ ਉਹ ਟਕਰਾਉਂਦੀਆਂ ਨੇ ਤੇ ਉਸ ਮੰਥਨ ਦੇ ਵਿੱਚੋਂ ਇਸ ਕਿਸਮ ਦੀਆਂ ਬਹਿਸਾਂ ਵੀ ਨਿਕਲਦੀਆਂ ਨੇ। ਉਹਨਾਂ ਦੇ ਵਿੱਚੋਂ ਕੋਈ ਜਸਪਾਲ ਸਿੰਘ ਸਿੱਧੂ, ਕੋਈ ਗੁਰਬਚਨ ਸਿੰਘ ਜੀ, ਕੋਈ ਸੁਮੇਲ ਸਿੰਘ ਸਿੱਧੂ ਆਪਣੀ ਗੱਲ ਕਹਿ ਰਹੇ ਨੇ ਤੇ ਉਹ ਡਿਬੇਟ ਫਿਲਟਰ ਹੋ ਕੇ ਚੰਗੇ ਰੂਪ ਦੇ ਵਿੱਚ ਵੀ ਸਾਡੇ ਸਾਹਮਣੇ ਵੀ ਆ ਰਿਹਾ। ਸੋ ਇੱਕ ਇਹ ਅਚੀਵਮੈਂਟ ਹੈ। ਇਸ ਸਕੂਲ ਦੀਆਂ ਬੜੀਆਂ ਅਚੀਵਮੈਂਟਸ ਨੇ। ਜਦੋਂ ਲੋਕ ਮੈਨੂੰ ਪੁੱਛਦੇ ਨੇ ਕਿ ਕੁਝ ਬਣੇਗਾ ਜੀ, ਤੇ ਮੈਨੂੰ ਲੱਗਦਾ ਸਾਡਾ ਧਿਆਨ ਇੱਧਰ ਜਾਣਾ ਚਾਹੀਦਾ ਕਿ ਕੀ ਕੁਝ ਬਣ ਗਿਆ ਹੈ। ਦਰਅਸਲ ਬਹੁਤ ਕੁਝ ਜਿੱਤਿਆ ਜਾ ਚੁੱਕਾ ਹੈ। 3 ਖੇਤੀ ਬਿੱਲ ਤੇ ਅਜੇ ਕਿਤੇ ਇਨਸੀਡੈਂਟਲੀ ਨਾ ਹੋ ਜਾਣ ਸਾਰੇ ਅੰਦੋਲਨ ਨੂੰ, ਇੰਨਾ ਕੁਝ ਹੋਰ ਪੰਜਾਬ ਦੇ ਵਿੱਚ ਹੋ ਰਿਹਾ। ਵਨ ਇਜ਼ ਦੈਟ। ਸੈਕੰਡਲੀ ਆਈ ਐਮ ਹੈਪੀ ਵੀ ਇਹਨਾਂ ਨੇ ਬੰਦਾ ਸਿੰਘ ਬਹਾਦਰ ਦੀ ਲੀਗੇਸੀ ਦਾ ਜ਼ਿਕਰ ਕੀਤਾ, ਕਿਉਂਕਿ ਤੁਹਾਡਾ ਤੇ ਜ਼ਿੰਦਗੀ ਦਾ ਬਹੁਤ ਵੱਡਾ ਕੰਮ ਬਾਬਾ ਬੰਦਾ ਸਿੰਘ ਬਹਾਦਰ ਦੀ ਉਸ ਵਿਰਾਸਤ ਦੇ ਨਾਲ ਜੁੜਿਆ। ਹੁਣ ਮੈਨੂੰ ਇਹ ਦੱਸੋ ਵੀ ਜਿਸ ਵੇਲੇ ਜੇ ਉਹ ਆਈਡੀਅਲ ਹੈ ਜਿਸ ਨੂੰ ਸੁਮੇਲਰਾਂ ਦੇ ਸ਼ਬਦਾਂ ਦੇ ਵਿੱਚੋਂ ਵੀ ਇੱਕ ਆਦਰਸ਼ ਸਮਾਜ ਦੇ ਰੂਪ ਵਿੱਚ ਦੇਖਿਆ ਜਾ ਰਿਹਾ, ਹੁਣ ਉਸ ਵੇਲੇ ਜਿਹੜਾ ਬਣ ਗਿਆ ਸੀ ਉਹਨੂੰ ਸਮਾਜ ਕਿਹਾ ਜਾ ਸਕਦਾ ਕਿ ਨਹੀਂ, ਉਹ ਸੈਪਰੇਟ ਕੁਐਸਚਨ ਹੈ ਸੋਸ਼ੀਓਲੋਜਿਸਟ ਲਈ। ਪਰ ਜੇ ਉਸ ਸੁਪਨੇ ਨੂੰ ਲੈ ਕੇ ਚੱਲਣਾ ਤਾਂ ਜਿਹੜੀਆਂ ਧਿਰਾਂ ਉੱਥੇ ਲੜ ਰਹੀਆਂ ਨੇ ਉਹ ਸੁਪਨਾ ਉਹਨਾਂ ਵਿੱਚੋਂ ਕਿੰਨਾ ਨੂੰ ਪੁੱਗੇਗਾ? ਕਿਉਂਕਿ ਜੇ ਇਹਨਾਂ ਨੇ ਕਿਹਾ ਕਿ ਬੰਦਾ ਸਿੰਘ ਬਹਾਦਰ ਦੇ ਵਿਰੋਧੀ ਉਸ ਵੇਲੇ ਵੀ ਸਨ ਤਾਂ ਉਹ ਜ਼ਮੀਨ ਹਲਵਾਕਾਂ ਦੀ ਉਹ ਲੜਾਈ ਉਹ ਕਿਸਾਨੀ ਤੇ ਉਹਨੀ ਨਹੀਂ ਸੀ ਜਿੰਨੀ ਉਹ ਕਲਟੀਵੇਟਰ ਦੀ ਲੜਾਈ ਸੀ। ਇਹ ਜਿਹੜੇ ਸ਼ਬਦਾਂ ਦੇ ਡਿਫਰੈਂਸਿਸ ਨੇ ਇਹਨਾਂ ਦੇ ਵਿੱਚ ਪੂਰੀ ਪੋਲਿਟਿਕਸ ਪਈ ਹੈ ਕਿ ਹਲਵਾਹਕ ਦੀ ਲੜਾਈ ਹੈ, ਜ਼ਮੀਨ ਮਾਲਕ ਦੀ ਲੜਾਈ ਹੈ, ਧਰਤੀ ਪੁੱਤ ਕਿਸ ਨੂੰ ਕਹਿਣਾ, ਜਿਹੜਾ ਉਸ ਧਰਤੀ ਦੇ ਨਾਲ ਉਹਦੇ ਤੇ ਮਿਹਨਤ ਕਰਦਾ, ਜਿਹਦਾ ਪਸੀਨਾ ਖੂਨ ਉਹਦੇ ਤੇ ਡੁੱਲਦਾ ਹੈ, ਜਾਂ ਜਿਹੜਾ ਡਾਇਸਪੋਰਾ ਦੇ ਵਿੱਚ ਉੱਥੇ ਬੈਠਾ ਹੈ, ਮੁਹਾਲੀ ਡੈਡੀ ਜੀ IAS ਲੱਗੇ ਨੇ, ਬੱਚਿਆਂ ਨੂੰ ਕੈਨੇਡਾ ਸਿਟੀਜ਼ਨਸ਼ਿਪ ਮਿਲ ਗਈ ਹੈ ਤੇ ਜ਼ਮੀਨ ਆਪਣੀ 150 ਕਿੱਲਾ ਉੱਥੇ ਪਈ ਹੋਈ ਹੈ ਜਿਹਦਾ ਆਪਾਂ ਨੂੰ ਮੁਜ਼ਾਹਰਾ ਆਉਂਦਾ ਤੇ ਆਪਾਂ ਉੱਥੇ ਲੜ ਵੀ ਰਹੇ ਹਾਂ ਅੰਦੋਲਨ ਤੇ ਉਹਨਾਂ ਨੂੰ ਲੜਨਾ ਆਪਣਾ ਹੱਕ ਵੀ ਲੱਗਦਾ ਤੇ ਉਹ ਦਿਲੋਂ ਮਨੋਂ ਉਹਨੂੰ ਆਪਣੀ ਲੜਾਈ ਸਮਝ ਕੇ ਲੜ ਰਹੇ ਨੇ। ਸੋ ਬਹੁਤ ਸਾਰੀਆਂ ਫਾਲਟ ਲਾਈਨਸ ਬਦਲ ਵੀ ਰਹੀਆਂ ਨੇ। ਤੁਹਾਡੇ ਆਪਣਾ ਜਿਹੜਾ ਲੰਬਾ ਅਧਿਐਨ ਰਿਹਾ ਬੰਦਾ ਸਿੰਘ ਬਹਾਦਰ ਬਾਰੇ, ਕੀ ਉਹਦੇ ਵਿੱਚ ਵੀ ਚੇਂਜਸ ਆਈਆਂ ਨੇ, ਤੁਹਾਨੂੰ ਇਸ ਚੀਜ਼ ਨੇ ਪ੍ਰਭਾਵਿਤ ਕੀਤਾ? ਤੇ
ਇਵੈਂਚੁਅਲੀ ਉੱਥੇ ਜਿਹੜੀਆਂ ਫਾਲਟ ਲਾਈਨਸ ਤੁਹਾਨੂੰ ਦਿਸ ਰਹੀਆਂ ਨੇ ਜਾਂ ਜਿਹੜੀਆਂ ਨਵੀਆਂ ਨੇ ਕਾਮਰੇਡ ਸਿੱਖ ਵਾਲੀਆਂ, ਹਾਊ ਡੂ ਯੂ ਸੀ ਦੈਟ? ਐਸਪੀ ਸਿੰਘ ਜੀ, ਇਹ ਬੜੇ 2-3 ਮਹੱਤਵਪੂਰਨ ਸਵਾਲ ਉਠਾਏ ਡਾਕਟਰ ਸਮੇਤ ਸਿੰਘ ਜੀ ਨੇ। ਕਾਫੀ ਲੰਬੀ ਰਹਿਲ ਬਣ ਲਈ ਹੈ ਸ਼ੁਰੂ ਵਿੱਚ ਹੀ। ਮੈਂ ਸਮਝਦਾ ਕਿ ਜਦੋਂ ਸੰਘਰਸ਼ ਨਹੀਂ ਹੋ ਰਿਹਾ ਹੁੰਦਾ ਉਦੋਂ ਡਿਬੇਟ ਹੁੰਦੀ ਹੈ ਜਿਹੜੀ, ਉਹਦਾ ਅਰਥ ਹੋਰ ਹੁੰਦਾ ਹੈ ਜੀ। ਜਦੋਂ ਸੰਘਰਸ਼ ਚੱਲ ਰਿਹਾ ਹੁੰਦਾ ਤੇ ਫਿਰ ਅਸਲ ਨਤਾਰਾ ਜਿਹੜਾ ਸੰਘਰਸ਼ ਕਰਦਾ ਜਾਂਦਾ ਆ ਕਿ ਵਿਚਾਰ ਕਿਹਦੇ ਸਹੀ ਨੇ ਕਿਹਦੇ ਗਲਤ ਨੇ। ਅਸੀਂ ਦੇਖਿਆ ਪਿਛਲੇ ਕਾਫੀ ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਕਿ ਸਿੱਖ ਸਕਾਲਰਸ ਤੇ ਕਾਮਰੇਡਾਂ ਦਾ ਖਿੱਚੋਤਾਣ ਕਾਫੀ ਲੰਬੀ ਹੁੰਦੀ ਰਹੀ ਤੇ ਕੁਝ ਲੋਕਾਂ ਨੇ ਇਹਨੂੰ ਕੋਸ਼ਿਸ਼ ਵੀ ਕੀਤੀ ਇਹ ਗੱਲ ਨੂੰ ਸਮਝਣ ਦੀ, ਜਿੱਦਾਂ ਇਹਨਾਂ ਨੇ ਕਿਹਾ ਕਿ ਕਾਮਰੇਡਾਂ ਤੇ ਸਿੱਖਾਂ ਨੂੰ ਅਲੱਗ-ਅਲੱਗ ਕਰਕੇ ਜਾਂ ਫਸਾ ਕੇ ਦੇਖਿਆ ਜਾ ਰਿਹਾ ਬਈ ਇਹ ਇਹਨਾਂ ਦਾ ਇੱਕ ਸਾਂਝਾ ਆਧਾਰ ਹੈ। ਲੇਕਿਨ ਉਹ ਐਸਟੈਬਲਿਸ਼ ਉਦੋਂ ਹੋਇਆ ਜਾ ਕੇ ਜਦੋਂ ਪੰਜਾਬ ਸੰਘਰਸ਼ ਦੇ ਵਿੱਚ ਪੈ ਗਿਆ ਔਰ ਉੱਥੇ ਜਾ ਕੇ ਇਹ ਨਤਾਰਾ ਹੋਇਆ ਕਿ ਨਹੀਂ ਇਕੱਲੇ ਨਹੀਂ ਹੈ, ਇਹ ਸੰਘਰਸ਼ ਜਿਹੜਾ ਨਾ ਉਹਨਾਂ ਨੂੰ ਇਕੱਠੇ ਕਰ ਦਿੱਤਾ। ਹੁਣ ਇਹ ਆ ਕਿ ਭਾਸ਼ਾ ਜਿਹੜੀ ਮਰਜ਼ੀ ਇਸਤੇਮਾਲ ਕਰਨ, ਚਾਹੇ ਉਹ ਮਾਰਕਸਿਜ਼ਮ ਦੀ ਭਾਸ਼ਾ ਇਸਤੇਮਾਲ ਕਰਨ, ਚਾਹੇ ਉਹ ਗੁਰਬਾਣੀ ਦੀ ਭਾਸ਼ਾ ਨੂੰ ਇਸਤੇਮਾਲ ਕਰਨ, ਲੇਕਿਨ ਜਿਹੜਾ ਟਾਰਗੇਟ ਹੈ ਸੰਘਰਸ਼ ਦਾ ਇੱਕ ਬੇਸ ਹੈ, ਉਹਨੇ ਨਿਖਾਰ ਦਿੱਤਾ ਕਿ ਕਿੱਥੋਂ ਤੱਕ ਇਹਨਾਂ ਦੀ ਸਾਂਝ ਹੈ, ਕਿ ਕਿੱਥੋਂ ਤੱਕ ਇਹਨਾਂ ਦਾ ਆਪਸ ਵਿੱਚ ਕੋਈ ਵਿਰੋਧ ਹੈਗਾ। ਬੈਸਟ ਆਫ ਬੋਥ ਸਾਈਡਸ ਤਾਂ ਬਾਹਰ ਆ ਰਿਹਾ, ਵਰਸਟ ਆਫ ਬੋਥ ਵੀ ਬਾਹਰ ਆ ਰਿਹਾ। ਹਾਂਜੀ, ਉਹ ਚਿੰਤਾ ਦਾ ਵਿਸ਼ਾ। ਦੂਸਰੀ ਰਹੀ ਗੱਲ ਬਾਬਾ ਬੰਦਾ ਸਿੰਘ ਬਹਾਦਰ ਦੀ। ਜੀ, ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜੰਗਾਂ ਜਿਹੜੀਆਂ, ਕਿਉਂਕਿ ਜਦੋਂ ਆਪਾਂ ਉਹਨਾਂ ਦਾ ਸਮਾਂ ਦੇਖਦੇ ਹਾਂ ਜੀ, ਉਹ ਬਹੁਤ ਲੰਬਾ ਨਹੀਂ ਹੈ ਬਿਲਕੁਲ, ਤੇ ਕੁਝ ਵੀ ਇੱਕਦਮ ਨਹੀਂ ਉੱਠਦਾ ਹੈ। ਇਹ ਸੰਘਰਸ਼ ਵੀ ਜੇ ਅੱਜ ਦਿੱਲੀ ਬਾਰਡਰ ਦੇ ਉੱਤੇ ਲੜਿਆ ਜਾ ਰਿਹਾ ਤੇ ਇਹਨਾਂ ਹੀ 3-4-5 ਮਹੀਨਿਆਂ ਦੀ ਕਹਾਣੀ ਨਹੀਂ ਹੈ। ਕਾਫੀ ਲੰਬੇ ਦੇਰ ਤੋਂ ਜਿਹੜੀਆਂ ਇਹ ਕੰਟਰਾਡਿਕਟਰੀ ਸਿਚੁਏਸ਼ਨਸ ਚੱਲ ਰਹੀਆਂ ਆ ਰਹੀਆਂ ਸੀਗੀਆਂ ਜੀ, ਲੜਾਈਆਂ ਚੱਲੀਆਂ ਆ ਰਹੀਆਂ ਸੀ, ਭਾਵੇਂ ਉਹ ਮਸਲੇ ਭਾਵੇਂ ਛੋਟੇ ਹੋਣ, ਭਾਵੇਂ ਭਾਵਾਂ ਦਾ ਮਸਲਾ ਹੋਵੇ ਜੀ, ਲੇਕਿਨ ਇੱਕ ਕੰਟਰਾਡਿਕਸ਼ਨ ਸੋਸਾਇਟੀ ਜਿਹੜੀ ਪੈਦਾ ਹੋਈ, ਇਹਦੇ ਪਿੱਛੇ ਇੱਕ ਲੰਬਾ ਕੰਟੈਕਸਟ ਪਿਆ ਸੀਗਾ। ਉਹ ਕਾਫੀ ਬਿਲਕੁਲ ਮੈਨੂੰ ਯਾਦ ਹੈ ਇਹ ਜਿਹੜੀ ਤੁਹਾਡੀ ਕਿਤਾਬ ਸੀਗੀ ਪੰਜਾਬ ਕਮਿਊਨ ਮੈਂ ਦਰਸ਼ਕਾਂ ਨਾਲ ਸਾਂਝਾ ਕਰ ਲਾਂ ਕਿ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਿਰ ਜੀ ਉਸ ਸਮਾਜ ਨੂੰ, ਉਸ ਦੁਨੀਆ ਨੂੰ, ਉਸ ਸੁਪਨੇ ਨੂੰ, ਉਸ ਚਿਤਵਨ ਨੂੰ, ਉਹਦਾ ਨਾਮ ਤੁਸੀਂ ਪੰਜਾਬ ਕਮਿਊਨ ਦਿੱਤਾ। ਚੰਗੀ ਗੱਲ ਹੈ, ਅਜੇ ਤੱਕ ਤੁਹਾਡੀ ਕਿਤਾਬ ਤੇ ਉਸ ਕਿਸਮ ਦਾ ਫੋਕਸ ਨਹੀਂ ਆਇਆ, ਨਹੀਂ ਤਾਂ ਪੰਜਾਬ ਕਮਿਊਨ ਦੇ ਨਾਮ ਨੂੰ ਹੀ ਲੈ ਕੇ ਅੱਛਾ ਖਾਸਾ ਝਗੜਾ ਪੈ ਜਾਣਾ ਸੀਗਾ। ਪਰ ਤੁਸੀਂ ਉਸ ਵੇਲੇ ਵੀ ਕਿਹਾ ਕਿ ਜੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਸੁਪਨਾ ਲਿਆ ਸੀ ਤਾਂ ਇਹਦੇ ਪਿੱਛੇ ਵੀ ਇਹ ਵੀ ਕੋਈ ਅਚਾਨਕ ਘਟਨਾ ਨਹੀਂ ਸੀ, ਇਹਦੇ ਪਿੱਛੇ ਵੀ ਇੱਕ ਲਗਾਤਾਰ ਬਹੁਤ ਲੰਬਾ ਦਹਾਕਿਆਂ ਦਾ, ਬਲਕਿ ਸਦੀਆਂ ਦੀਆਂ ਕੰਟਰੈਡਿਕਸ਼ਨਸ ਦਾ ਇਤਿਹਾਸ ਸੀ ਜੀ। ਔਰ ਇਹੀ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਦੇ ਸੰਘਰਸ਼ ਨੂੰ ਜਾਣਨ ਦਾ ਯਤਨ ਕੀਤਾ ਗਿਆ, ਮੈਂ ਮਤਲਬ ਜਦੋਂ ਇਹਨੂੰ ਅਧਿਐਨ ਸ਼ੁਰੂ ਕੀਤਾ ਤਾਂ ਇਹ ਖੁੱਲ੍ਹਣਾ ਸ਼ੁਰੂ ਹੋਇਆ ਕਿ ਇਹ ਜਿਹੜਾ ਹੁਣ ਵਾਪਰਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ, ਇਹ ਬਹੁਤ ਲੰਬੇ ਸਮੇਂ ਤੋਂ ਲੜਿਆ ਆ ਰਿਹਾ ਸੀ ਜੀ। ਬਿਲਕੁਲ, ਇਹ ਇੱਕ 250 ਸਾਲ ਦੀ ਜੰਗ ਦਾ ਇੱਕ ਕਲਾਈਮੈਕਸ ਸੀਗਾ। ਔਰ ਇਹਦਾ ਜਿਹੜਾ ਮੈਨੀਫੈਸਟੋ ਆ ਉਹ ਕਿਹਨਾਂ ਨੇ ਤਿਆਰ ਕੀਤਾ ਸੀ, ਉਹਦਾ ਵੀ ਮੈਂ ਜ਼ਿਕਰ ਕੀਤਾ ਹੋਇਆ ਕਿ ਅਸਲ ਦੇ ਵਿੱਚ ਇਸ ਜੰਗ ਦਾ ਮੈਨੀਫੈਸਟੋ ਗੁਰੂ ਗੋਬਿੰਦ ਸਿੰਘ ਜੀ ਦਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਫਰਨਾਮਾ ਹੈ, ਉਹ ਫਤਿਹਨਾਮਾ ਸੀ। ਹਾਂ, ਜਿਵੇਂ ਕਨਿੰਗਮ ਸਾਹਿਬ ਵੀ ਕਹਿੰਦੇ ਆ, ਉਹ ਕਹਿੰਦੇ ਆ ਕਿ ਗੁਰੂ ਸਾਹਿਬ ਦਾ ਸੁਪਨਾ ਜੀ। ਮੇਰੀ ਮੁਸ਼ਕਲ ਹੈ ਵੀ ਜੇ ਤੁਸੀਂ ਕਿਤਾਬ ਦੀ ਗੱਲ ਕਰਦੇ ਹੋ ਨਾ, ਜੇ ਮੈਨੂੰ ਯਾਦ ਹੈ ਤੁਸੀਂ ਕਿਹਾ ਵੀ ਅਧਿਆਤਮਿਕਤਾ ਵਾਲਾ ਜਿਹੜਾ ਡਿਬੇਟ ਹੈ ਨਾ ਉਹ ਡੋਮੀਨੇਟ ਕਰ ਜਾਂਦਾ ਫਿਰ ਬਾਅਦ ਦੇ ਵਿੱਚ ਆ ਸਾਰੇ ਵਿਗਿਆਨਕ ਦ੍ਰਿਸ਼ਟੀਕੋਣ ਦੇ ਉੱਤੇ। ਹੁਣ ਤੁਸੀਂ ਦੱਸੋ ਜਿਹੜਾ ਇਹ ਅੰਦੋਲਨ ਹੁਣ ਚੱਲ ਰਿਹਾ ਹੈ, ਇਹਦੇ ਜਿਹੜੀ ਨੈਰੇਟਿਵਕਾਰੀ ਹੋ ਰਹੀ ਹੈ, ਜਿਹੜੀ ਇਹਦੀ ਬਿਰਤਾਂਤਕਾਰੀ ਹੋ ਰਹੀ ਹੈ, ਹੁਣ ਲੜਾਈ ਕਿਸੇ ਹੱਦ ਤੱਕ ਇਸ ਗੱਲ ਦੀ ਵੀ ਹੈ ਕਿ ਭਾਈ ਇਹਦੀ ਓਨਰਸ਼ਿਪ ਕਿਹੜੀ ਧਿਰ ਲੈ ਰਹੀ ਹੈ। ਕਿਸਾਨੀ ਝੰਡੇ ਨੂੰ ਜ਼ਿਆਦਾ ਠੁਮਣਾ ਨਿਸ਼ਾਨ ਸਾਹਿਬ ਤੋਂ ਮਿਲ ਰਿਹਾ ਹੈ ਕਿ ਨਿਸ਼ਾਨ ਸਾਹਿਬ ਝੰਡੇ ਦੇ ਪਿੱਛੇ ਕਿਸਾਨੀ ਝੰਡਾ ਲੱਗਾ ਹੋਇਆ ਹੈ। ਇਹ ਲੜਾਈਆਂ ਕੁਝ ਇਸ ਕਿਸਮ ਦੀਆਂ ਹੋ ਰਹੀਆਂ ਨੇ। ਇਹਨੂੰ ਬਹੁਤ ਬਰੀਕੀ ਨਾਲ ਦੇਖਣ ਦੀ ਜ਼ਰੂਰਤ ਹੈਗੀ ਆ ਕਿ ਉੱਥੇ ਵਾਪਰ ਕੀ ਰਿਹਾ। ਉੱਥੇ ਸਿਰਫ ਝੰਡੇ ਤੇ ਡੰਡੇ ਜਾਂ ਨਾਅਰੇ ਹੀ ਨਹੀਂ ਪਹੁੰਚੇ, ਉਹ ਨਾਅਰੇ ਲੈ ਕੇ ਨਹੀਂ ਪਹੁੰਚੇ ਉੱਥੇ। ਅਸਲ ਦੇ ਵਿੱਚ ਉਹਨਾਂ ਦੇ ਸਿਰਾਂ ਦੇ ਉੱਤੇ ਲੰਗਰ ਉਠਾਇਆ ਹੋਇਆ ਸੀਗਾ, ਔਰ ਉਹ ਲੰਗਰ ਨੂੰ ਜਿਸ ਤਰ੍ਹਾਂ ਇਸਤੇਮਾਲ ਕੀਤਾ ਗਿਆ, ਜਿਸ ਤਰ੍ਹਾਂ ਸਾਂਝੀਵਾਲਤਾ ਦਾ ਜਿਹੜਾ ਉਹਨਾਂ ਦਾ ਹਥਿਆਰ ਸੀਗਾ, ਉਹ ਸਾਂਝੀਵਾਲਤਾ ਨੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਆ ਸੜਕਾਂ ਦੇ ਉੱਤੇ ਬੈਠ ਕੇ, ਇਹ ਤੋਂ ਇਹ ਸਾਬਤ ਹੁੰਦਾ ਕਿ ਇੱਕ ਖਾਸ ਕਿਸਮ ਦਾ ਸੱਭਿਆਚਾਰ ਹੈ ਜਿਹੜਾ ਉਹ ਜੰਗ ਦੇ ਵਿੱਚ ਤੇ ਉਹਦੇ ਚ ਸਾਂਝੀਵਾਲਤਾ, ਉਹ ਲੜਾਈ ਦੇ ਵਿੱਚ ਹੈਗਾ। ਮੈਨੂੰ ਟੀਵੀ ਦੀ ਮਰਿਆਦਾ ਬੜੀ ਤਾਂ ਅਜਬ ਗਜਬ ਹੈ ਕਿ ਬ੍ਰੇਕ ਲਈ ਮੈਨੂੰ ਰੁਕਣਾ ਪੈ ਰਿਹਾ, ਤੇ ਮੈਂ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਚਾਹਾਂਗਾ ਪਾਰਕ ਯੋਰ ਥਾਟ ਕਿ ਇਸੇ ਨੁਕਤੇ ਤੋਂ ਹੀ ਆਪਾਂ ਗੱਲ ਸ਼ੁਰੂ ਕਰਾਂਗੇ ਕਿ ਸਾਂਝੀਵਾਲਤਾ ਕਿਸ ਕਿਸਮ ਦਾ ਹਥਿਆਰ ਹੈ, ਤੇ ਜੋ ਬੰਦਾ ਸਿੰਘ ਬਹਾਦਰ ਤੋਂ ਬਾਅਦ ਪਿੱਠ ਵਿੱਚ ਛੁਰਿਆਂ ਦੀ ਕਹਾਣੀ ਉਸ ਵੇਲੇ ਵੀ ਬੜੀ ਲੰਬੀ ਚੌੜੀ ਹੈ, ਤੇ ਕੀ ਅੱਜ ਦਾ ਜਿਹੜਾ ਅੰਦੋਲਨ ਹੈ
ਜਿੰਨਾ ਸੁਰਖਰੂ ਹੋ ਕੇ ਇਹਦੇ ਚੋਂ ਪੰਜਾਬ ਨਿਕਲੇਗਾ ਉਹਦਾ ਸੁਪਨਾ ਲਈਏ ਕਿ ਉਹਨਾਂ ਜਿਹੜੇ ਖਦਸ਼ਿਆਂ ਦੇ ਬਾਰੇ ਜਿਹੜੀ ਸਟੋਰੀ ਹੈ ਉਹ ਵੀ ਸਾਡੇ ਨਾਲ ਕੀ ਚਲਦੀ ਰਹਿ ਸਕਦੀ ਹੈ। ਵਿਲ ਟਾਕ ਅਬਾਊਟ ਦਿਸ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਜਿਸ ਕਿਸਮ ਦੇ ਗੰਭੀਰ ਗੁੰਝਲਦਾਰ ਸਵਾਲ ਕਿਸਾਨੀ ਦੇ ਇਸ ਪੱਖੇ ਅੰਦੋਲਨ ਦੇ ਵਿੱਚੋਂ ਉੱਭਰ ਰਹੇ ਨੇ। ਕੁਝ ਵਿਚਾਰਧਾਰਕ ਨੇ, ਕੁਝ ਧਿਰਾਂ ਦੇ ਆਪਸੀ ਨੇ, ਕੁਝ ਧਿਰਾਂ ਦੇ ਆਪਸੀ ਨੇ ਤੇ ਵਿਚਾਰਧਾਰਕ ਵੀ ਨੇ। ਸਾਡੇ ਨਾਲ ਚਰਚਾ ਵਿੱਚ ਸ਼ਾਮਲ ਨੇ ਡਾਕਟਰ ਸੁਮੇਲ ਸਿੰਘ ਸਿੱਧੂ ਜੀ ਅਤੇ ਸਤਨਾਮ ਸਿੰਘ ਚਾਨਾ ਜੀ। ਸਤਨਾਮ ਸਿੰਘ ਚਾਨਾ ਜੀ, ਇੱਕ ਸੁਪਨਾ ਹਮੇਸ਼ਾ ਰਹਿੰਦਾ ਕਿਸੇ ਵੀ ਸੰਘਰਸ਼ੀ ਦਾਸਤਾਨ ਦੇ ਵਿੱਚ ਕਿ ਇਵੈਂਚੁਅਲੀ ਜਿਹੜਾ ਵਰਗ ਸੰਘਰਸ਼ ਹੈ, ਜਿਹੜਾ ਜਮਾਤਾਂ ਦਾ ਸੰਘਰਸ਼ ਹੈ, ਨਿਚਲੇ ਵਰਗਾਂ ਦੀ ਸੱਤਾ ਦਾ ਜਿਹੜਾ ਸੁਪਨਾ ਹੈ, ਉਹ ਧਰਮ ਦਾ ਏਜੰਡਾ ਬਣ ਸਕਦਾ ਕਿ ਨਹੀਂ ਬਣ ਸਕਦਾ। ਜੇ ਉੱਥੇ ਸਿੱਖੀ ਦੀ ਵਿਰਾਸਤ ਨਾਲ ਇਹ ਲੜਿਆ ਜਾ ਰਿਹਾ ਤਾਂ ਫਿਰ ਹਲੀਮੀ ਰਾਜ ਦਾ ਸੁਪਨਾ, ਨਿਮਾਣੇ ਨੂੰ ਤਾਕਤ ਦਾ ਸੁਪਨਾ ਕੀ ਹੈ? ਉਹ ਮੈਥਿਊ 5:5 ਹੈ, ਬਲੈਸਡ ਆਰ ਦੋਜ਼ ਦ ਮੀਕ ਸ਼ੈਲ ਇਨਹੈਰਿਟ ਦਾ ਅਰਥ। ਕੀ ਬਾਤ ਹੈ ਉਹ ਸੁਪਨਾ। ਮੈਂ ਬਿਊਟੀਫਿਕੇਸ਼ਨ ਬਹੁਤੀਆਂ ਜ਼ਿਆਦਾ ਪੜ੍ਹੀਆਂ ਨਹੀਂ ਗਈਆਂ ਗੋਸਪਲ ਆਫ ਮੈਥਿਊ ਦੇ ਵਿੱਚ। ਤੇ ਕੀ ਉਹ ਸੁਪਨਾ ਇਸ ਸੰਘਰਸ਼ ਦਾ ਪਾਰਟ ਹੋਏਗਾ ਕਿ ਜਿਹੜੇ ਲੋਕ ਕਹਿ ਰਹੇ ਨੇ ਕਿ 3 ਖੇਤੀ ਬਿੱਲ ਵਾਪਸ ਕਰਾਣੇ ਨੇ ਕਿਉਂਕਿ ਇਸ ਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਪਹੁੰਚਾ ਰਹੀ ਹੈ ਕੇਂਦਰ ਦੀ ਸਰਕਾਰ। ਇਸ ਲਿਮਿਟਿਡ ਏਜੰਡੇ ਦੇ ਵਿੱਚ ਉਹ ਏਜੰਡਾ ਵੀ ਸ਼ਾਮਲ ਹੈ। ਇਹ ਜਿਹੜੇ ਤੁਹਾਡੇ ਖਦਸ਼ਾ ਨਾ, ਇਹਨੂੰ ਅਸੀਂ ਸੋਲਵ ਤਾਂ ਹੀ ਕਰ ਸਕਦੇ ਹਾਂ ਜਦੋਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਵਾਲੀ ਜੰਗ ਦੇ ਵਿੱਚ ਪਿੱਛੇ ਜਾਵਾਂਗੇ ਨਾ ਮੁੜ ਕੇ, ਕਿ ਉਹਨਾਂ ਦਾ ਵਿਰੋਧ ਕਰਨ ਵਾਲੇ ਕਿਸ ਤਰ੍ਹਾਂ ਪੈਦਾ ਹੋ ਗਏ, ਕਿਸ ਤਰ੍ਹਾਂ ਗਦਾਰੀ ਦੀ ਹੱਦ ਤੱਕ ਉਹ ਚਲਾ ਗਿਆ ਮਾਮਲਾ। ਉਹ ਸਾਨੂੰ ਕਿਸਾਨੀ ਦੀਆਂ ਤਹਿਾਂ ਨੂੰ ਪਹਿਲਾਂ ਜਦੋਂ ਅਸੀਂ ਸਟੱਡੀ ਕਰਦੇ ਹਾਂ ਨਾ ਤਾਂ ਇਹ ਸਮਝ ਆਉਂਦੀ ਆ ਕਿ ਜਿਹੜੇ ਦੂਜੇ ਪਾਸੇ ਜਾ ਕੇ ਖੜੇ ਹੋਏ ਸੀ ਉਹ ਕਿਹੜੀ ਕਿਸਾਨੀ ਦੇ ਪ੍ਰਤੀਨਿਧ ਸਨ। ਤੁਹਾਨੂੰ ਪਤਾ ਨਾ, ਤੁਸੀਂ ਡੇਂਜਰਸ ਟੈਰੀਟਰੀ ਵਿੱਚ ਜਾ ਰਹੇ ਹੋ ਹੁਣ ਤੁਸੀਂ, ਕਿਉਂਕਿ ਤੁਸੀਂ ਕਿਹਾ ਕਿਹੜੀ ਕਿਸਾਨੀ, ਉੱਥੇ ਹਰ ਕਿਸਮ ਦੀ ਕਿਸਾਨੀ ਹੈ। ਉੱਥੇ ਫੋਰਚੂਨਰ ਕਿਸਾਨੀ ਹੈ, ਟਰਾਲੀ ਕਿਸਾਨੀ ਹੈ, ਬੇਜ਼ਮੀਨੀ ਕਿਸਾਨੀ ਹੈ, ਮਜ਼ਦੂਰ ਹੈ, ਦੁਕਾਨਦਾਰ ਹੈ, ਬੰਜਾਰੇ ਨੇ। ਇਹਨੂੰ ਅਸੀਂ ਅਲੱਗ ਤੋਂ ਸੋਚਾਂਗੇ ਇਹਨੂੰ। ਓਕੇ, ਹੁਣ ਇਹ ਜਿਹੜੀ ਕਿਸਾਨੀ ਲੜ ਰਹੀ ਆ, ਉਹ ਜੇ ਅਸੀਂ ਸਿਰਫ 3 ਬਿੱਲਾਂ ਨੂੰ ਹੀ ਸਾਹਮਣੇ ਰੱਖ ਕੇ ਤਾਂ ਫਿਰ ਅਸੀਂ ਸ਼ਾਇਦ ਠੀਕ ਨਤੀਜੇ ਤੇ ਨਾ ਪਹੁੰਚ ਸਕੀਏ, ਕਿਉਂਕਿ ਜੰਗ ਇਹ ਬਹੁਤ ਵੱਡੀ ਹੈਗੀ ਆ। ਜਦੋਂ ਅਸੀਂ ਇਹ ਦੇਖ ਰਹੇ ਹਾਂ, ਇਹਨੂੰ ਕੌਮਾਂਤਰੀ ਲੈਵਲ ਦੇ ਉੱਤੇ ਜਦੋਂ ਅਸੀਂ ਐਨਾਲਾਈਜ਼ ਕਰਦੇ ਹਾਂ ਤੇ ਤਾਂ ਇਹ ਸਮਝ ਆਉਂਦੀ ਆ ਕਿ ਕਿਸਾਨੀ ਦਾ ਇਹ ਜਿਹੜਾ ਜੰਗ ਹੈਗਾ ਆ, ਇਹ ਸਿਰਫ ਪੰਜਾਬ ਦੇ ਕਿਸਾਨਾਂ ਦਾ ਹੀ, ਇੱਥੋਂ ਤੱਕ ਨਹੀਂ ਕਿ ਉਹਨਾਂ ਦੀਆਂ ਜ਼ਮੀਨਾਂ ਚਲੇ। ਮੈਂ ਜਪਾਲ ਪਰਲੀ ਤਸਲੀਮ ਕਰਾਂ, ਉਹਨਾਂ ਦਾ ਕਹਿਣਾ ਹੈ ਕਿ ਇਹ ਵੱਡੀ ਲੜਾਈ ਹੈ ਜੇ ਤਾਂ ਫਿਰ ਇਹਦੇ ਟੈਕਟੀਕਲ ਮੂਵਸ ਹੁੰਦੀਆਂ ਨੇ। ਫਿਲਹਾਲ ਅਸੀਂ ਟੈਕਟੀਕਲ ਮੂਵ 3 ਬਿੱਲਾਂ ਦੀ ਵਾਪਸੀ ਤੱਕ ਰੱਖੀ ਹੋਈ ਹੈ, ਤੁਸੀਂ ਹੋਰ ਰੋਲ ਕਚੋਲਾ ਨਾ ਪਾਓ, ਇਹਦੇ ਚੋਂ ਵਡੇਰਾ ਬਹੁਤ ਕੁਝ ਕੱਢਣ ਦਾ ਯਤਨ ਨਾ ਕਰੋ, ਅੰਦੋਲਨ ਦੇ ਉੱਤੇ ਇੰਨਾ ਭਾਰ ਨਾ ਪਾਓ, ਇਹਦੇ ਨਾਲ ਅੰਦੋਲਨ ਲੀਹ ਤੋਂ ਉਤਰ ਜਾਵੇਗਾ। ਵੱਡੀ ਸੇ ਸੁਮੇਲ ਜੀ, ਦੇਖੋ ਇਹ ਅੰਦੋਲਨ ਤੇ ਉਹ ਕਿਹੜੀ ਕਿਸਾਨੀ ਵਾਲਾ ਸਵਾਲ ਵੀ ਸੌਰੀ, ਇਹ ਜਦੋਂ ਮਹਾਤਮਾ ਗਾਂਧੀ ਲੜਾਈ ਲੜ ਰਹੇ ਸਨ ਉਦੋਂ ਵੀ ਜਿਹੜੀਆਂ ਗੱਲਾਂ ਇੱਕ ਸਾਂਝੀ ਯੂਨਿਟੀ ਨੂੰ ਤੋੜਦੀਆਂ ਨੇ ਉਹਦੇ ਖਿਲਾਫ ਮਹਾਤਮਾ ਗਾਂਧੀ ਨੇ ਵੀ ਬਹੁਤ ਡਟ ਕੇ ਆਖਿਆ ਸੀ ਕਿ ਇਹ ਡਿਮਾਂਡਸ ਦਾ ਇਹ ਅੰਦੋਲਨ ਉਹਨਾਂ ਮੈਚਿਓਰ ਨਹੀਂ ਹੈ, ਇਹ ਨਾ ਹੀ ਉਵੇਂ ਕੀਤਾ ਜਾ ਸਕਦਾ। ਇਹੋ ਹੀ ਹਾਲ ਅਕਾਲੀ ਲਹਿਰ ਜਦੋਂ ਚੱਲ ਰਹੀ ਸੀ, ਮੁਸਲਮਾਨਾਂ ਦਾ ਇੱਕ ਡੈਲੀਗੇਸ਼ਨ ਜਾਂਦਾ ਹੈ, ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੁੰਦਾ ਹੈ ਤੇ ਉਹ ਕਹਿੰਦਾ ਕਿ ਅਸੀਂ ਵੀ ਇਸ ਅਕਾਲੀ ਮੂਵਮੈਂਟ ਦੇ ਵਿੱਚ ਜਥਾ ਲੈ ਕੇ ਜਾਣਾ ਚਾਹੁੰਦੇ ਹਾਂ, ਗ੍ਰਿਫਤਾਰੀ ਦੇਣਾ ਚਾਹੁੰਦੇ ਹਾਂ। ਇਹ ਸੋਚ ਕੇ ਉਹਨਾਂ ਨੂੰ ਲਾਂਭੇ ਕੀਤਾ ਗਿਆ ਕਿ ਇਹ ਹਜੇ ਜੀ ਸਿੱਖਾਂ ਦੀ ਧਾਰਮਿਕ ਮੰਗ ਦਾ ਹੀ ਸਵਾਲ ਹੈ, ਜੇ ਅਸੀਂ ਤੁਹਾਨੂੰ ਸ਼ਾਮਿਲ ਕਰ ਲਿਆ ਤਾਂ ਇਹਦੇ ਨਾਲ ਸਰਕਾਰ ਨੂੰ ਇਹ ਮੌਕਾ ਮਿਲ ਜਾਏਗਾ ਕਿ ਇਹ ਇਸ ਕਿਸਮ ਦੀ ਧਾਰਮਿਕ ਮੰਗ ਦਾ ਬਹਾਨਾ ਲਾ ਕੇ ਦਰਅਸਲ ਕੁਝ ਹੋਰ ਤਿਆਰੀਆਂ ਕਰ ਰਹੇ ਨੇ ਤੇ ਉਹਨਾਂ ਨੂੰ ਸਾਨੂੰ ਦਮਨ ਚੱਕਰ ਦਾ ਇੱਕ ਵੱਖਰੇ ਢੰਗ ਦੇ ਨਾਲ ਸਾਨੂੰ ਅਲੱਗ ਥਲੱਗ ਕਰਨ ਦਾ ਉਹਨਾਂ ਨੂੰ ਇੱਕ ਬਹਾਨਾ ਮਿਲੇਗਾ। ਸੋ ਉਹਨਾਂ ਨੇ ਉਹਨੂੰ ਮਨਾ ਕਰ ਦਿੱਤਾ ਸੀ। ਦੇਖਣ ਵਾਲੀ ਗੱਲ ਇਹ ਹੈ ਕਿ ਇਹ ਸਵਾਲ ਅਸੀਂ ਹਮੇਸ਼ਾ ਉਠਾਉਂਦੇ ਰਹਿੰਦੇ ਹਾਂ, ਇਹ ਚੱਲਦੇ ਰਹਿੰਦੇ ਹੁੰਦੇ ਆ, ਔਰ ਅੰਦੋਲਨ ਦੀਆਂ, ਉਹਦੀ ਲੀਡਰਸ਼ਿਪ ਦੀਆਂ, ਉਹਦੇ ਆਪਣੇ ਪ੍ਰਸੰਗਾਂ ਦੀਆਂ ਜਿਹੜੀਆਂ ਕੁਝ ਸੀਮਤਾਈਆਂ ਵੀ ਹੁੰਦੀਆਂ ਨੇ, ਉਹਨੇ ਤੁਹਾਨੂੰ ਇੱਕ ਪਿੜ ਤਿਆਰ ਕਰਕੇ ਦੇ ਦਿੱਤਾ ਜੀ। ਇਸ ਲੜਾਈ ਨੂੰ ਅਸੀਂ ਇੰਨੀ ਕਾਲ ਦੇ ਵਿੱਚ ਵੀ ਨਾ ਕਰ ਦਈਏ ਕਿ ਅੱਜ ਹੀ ਸਾਰੀਆਂ ਬਾਜ਼ੀਆਂ ਜਿੱਤ ਜਾਏਗੀ। ਬਿਲਕੁਲ ਬਿਲਕੁਲ। ਦੂਸਰੀ ਗੱਲ ਮੈਂ ਤੇ ਅਗਲੀ ਕਹਿ ਰਿਹਾ ਕਿ ਪੰਜਾਬ ਨੇ ਨਾ ਪਿਛਲੇ 35-40 ਸਾਲਾਂ ਦੇ ਵਿੱਚ ਉਜੜਤਾ ਨੂੰ ਕਮਾਇਆ ਹੈ। ਤੁਸੀਂ 200 ਸਾਲ ਦੀ ਗੱਲ ਕੀਤੀ ਬੰਦਾ ਬਹਾਦਰ ਤੋਂ ਪਹਿਲਾਂ ਦੀ, ਬੜੀ ਵਾਜਬ ਗੱਲ ਆ ਉਹ ਕਿ ਉਹ ਕੋਈ 225 ਸਾਲ ਦਾ ਇੱਕ ਪੰਜਾਬ ਨੂੰ ਉਜੜਤਾ ਤੋਂ ਸਿਆਣੇ ਕਰਨ ਦਾ, ਸਚਿਆਰੇ ਬਣਾਉਣ ਦਾ ਇੱਕ ਕੋਈ ਪ੍ਰਕਿਰਿਆ ਚੱਲੀ ਹੋਈ ਸੀ। ਔਰ ਮੈਂ ਇਸ ਗੱਲ ਨੂੰ ਬੜੇ ਨਮੁਸ਼ੀ ਦੇ ਨਾਲ ਕਹਿਣਾ ਚਾਹੁੰਦਾ ਕਿ ਅਸੀਂ ਪਿਛਲੇ 70 ਸਾਲਾਂ ਤੋਂ
ਅਸੀਂ ਲਗਾਤਾਰ ਉਸ ਸਚਿਆਰੇ ਮਨੁੱਖ, ਸਚਿਆਰੇ ਪੰਜਾਬੀ, ਸਚਿਆਰੇ ਸਿੱਖ ਹੋਣ ਦੀ ਥਾਂ ਤੋਂ ਅਸੀਂ ਮੁੜ ਕੇ ਉਜੱਡ ਹੋਣ ਵਾਲਾ ਰਾਹ ਫੜਿਆ ਹੋਇਆ ਸੀ। ਇਸ ਨੇ ਜਦੋਂ ਬਿਲਕੁਲ ਸਿਰ ਦੇ ਉੱਤੇ ਆ ਗਈ ਕਿ ਸਾਰੀਆਂ ਧਿਰਾਂ ਆ ਗਈਆਂ ਕਿ ਇੱਕ ਇਹੋ ਜਿਹਾ ਬਿੱਲ ਆ ਗਏ, 3 ਇਕੱਠੇ ਲੈ ਆਂਦੇ ਕਿ ਪੰਜਾਬ ਦੇ ਵਿੱਚ ਲੋਕਾਂ ਦੀ ਰੋਜ਼ੀ ਰੋਟੀ ਦੇ ਲਾਲੇ ਪੈ ਜਾਣਗੇ, ਉਸ ਡੈਸਪਰੇਸ਼ਨ ਦੇ ਵਿੱਚੋਂ ਇੱਕ ਮੂਵਮੈਂਟ ਸ਼ੁਰੂ ਹੁੰਦੀ ਹੈ, ਲੋਕਾਂ ਦਾ ਉਹਦੇ ਨਾਲ ਆਧਾਰ ਜੁੜਦਾ। ਔਰ ਮੈਂ ਆਪਾਂ ਇਹ ਉਹਨਾਂ ਦੀ ਚੜ੍ਹਦੀ ਕਲਾ ਦੇ ਨਾਲ, ਅੰਦੋਲਨਕਾਰੀਆਂ ਦੇ ਨਾਲ ਅਸੀਂ ਇਸ ਵਹਿਮ ਦਾ ਵੀ ਸ਼ਿਕਾਰ ਨਾ ਹੋ ਜਾਈਏ ਕਿ ਉਹ ਬਹੁਤ ਇੱਕ ਔਖੀ ਤੇ ਮੁਸ਼ਕਿਲ ਲੜਾਈ ਲੜ ਰਹੇ ਨੇ, ਉਹਨਾਂ ਦੀ ਪਿੱਠ ਦੀਵਾਰ ਦੇ ਨਾਲ ਲੱਗੀ ਹੋਈ ਹੈ। ਉਹਨਾਂ ਦੇ ਉੱਪਰ ਇਹੋ ਜਿਹੀਆਂ ਕਈ ਵਾਰ ਕਿੱਕਲੀਆਂ ਪਾਉਣੀਆਂ ਥੋੜੀ ਜੀ ਕਈ ਵਾਰ ਗੈਰ ਜ਼ਿੰਮੇਵਾਰਾਨਾ ਗੱਲ ਵੀ ਹੋ ਦੇਖੋ, ਇਹ ਉਹਨਾਂ ਦੀ ਲੀਡਰਸ਼ਿਪ ਹੈ। ਜੇ ਪੰਜਾਬ ਨਾਲ ਲੱਗਿਆ ਤਾਂ ਇਹ ਉਸ ਲੀਡਰਸ਼ਿਪ ਦੀ ਇੱਕ ਕਮਾਈ ਹੈ। ਅਸੀਂ ਕਿਹੜੀਆਂ ਲੜਾਈਆਂ ਦੇ ਵਿੱਚ ਦੇਖ ਲਿਆ ਕਿ ਸਾਰਾ ਪੰਜਾਬ, ਸਾਰੀਆਂ ਧਿਰਾਂ, ਦੁਕਾਨਦਾਰਾਂ ਤੋਂ ਲੈ ਕੇ ਵਿਦੇਸ਼ ਬੈਠੇ ਧਨਾਡਾਂ ਤੋਂ ਲੈ ਕੇ ਤੇ ਬੇਜ਼ਮੀਨੇ ਮਜ਼ਦੂਰ ਤੱਕ ਟਰਾਲੀਆਂ ਤੇ ਜਿਹਨਾਂ ਦੀ ਆਪਣੀਆਂ ਟਰਾਲੀਆਂ ਨਹੀਂ, ਜਿਹੜੇ ਟਰਾਲੀ ਮੰਗਦੀਆਂ ਟਰਾਲੀਆਂ ਤੇ ਚੜ੍ਹ ਕੇ ਜਾਂਦੇ ਨੇ, ਉਹ ਇੱਕ ਇਕੱਠੀ ਲੜਾਈ ਲੜ ਰਹੇ ਹੋਣ ਤਾਂ ਇਹ ਕਮਾਈ ਜਿਹੜੀ ਹੈ ਇਹ ਕਿਸਾਨ ਅੰਦੋਲਨ ਦੀ ਲੀਡਰਸ਼ਿਪ ਦੀ ਕਮਾਈ ਹੈ। ਚਾਨਾ ਜੀ ਨੇ ਸ਼ਬਦ ਵਰਤਿਆ ਸਾਂਝੀਵਾਲਤਾ ਦਾ, ਬਸ ਤੁਹਾਡੀ ਗੱਲ ਨੂੰ ਅੱਗੇ ਕਰ ਰਹੇ ਹਾਂ ਕਿ ਇਹ ਵੀ ਕੋਈ ਛੋਟੀ ਅਚੀਵਮੈਂਟ ਨਹੀਂ ਹੈ ਕਿ ਪੰਜਾਬੀਆਂ ਦੇ ਵੱਖ-ਵੱਖ ਵਰਗ ਜਿਹੜੇ ਆਪਸ ਦੇ ਵਿੱਚ ਨਹੀਂ ਪਹਿਲਾਂ ਇੱਕ ਦੂਜੇ ਦੇ ਨਾਲ ਇੰਨੇ ਟੁੱਟੇ ਪਾਟੇ ਹੋਏ ਸੀ, ਉਹ ਕਿਸੇ ਨਾ ਕਿਸੇ ਗੱਲ ਦੇ ਉੱਤੇ ਨੈਤਿਕ ਆਧਾਰ ਤੇ ਜਾਂ ਆਰਥਿਕ ਆਧਾਰ ਤੇ ਜਾਂ ਰਾਜਨੀਤੀ ਦੇ ਸਵਾਲ ਦੇ ਉੱਤੇ ਜਾਂ ਪੰਜਾਬ ਨੂੰ ਹੀ ਲੈ ਕੇ ਉਹ ਕਿਸੇ ਇੱਕ ਸਾਂਝੇ ਪਿੜ ਦੇ ਵਿੱਚ ਆਏ ਹੈ। ਔਰ ਗੁਰਪੁਰਬ ਮਨਾਇਆ ਜਾ ਰਿਹਾ ਸੜਕਾਂ ਦੇ ਉੱਪਰ ਤੇ ਗੁਰੂ ਰਵਿਦਾਸ ਦਾ ਪੁਰਬ ਮਨਾਇਆ ਜਾ ਰਿਹਾ ਸਾਂਝੇ ਤੌਰ ਦੇ ਉੱਤੇ। ਇੱਕ ਖੂਬਸੂਰਤ ਗੱਲ ਪੰਜਾਬੀ ਕਿਸਮ ਦੀ ਇਹ ਹੋਈ ਹੈ ਚਾਨਾ ਜੀ ਤੁਹਾਡੀ ਗੱਲ ਵਿੱਚ ਹੈ ਕਿ ਇਸ ਵਾਰ ਮਜ਼ਦੂਰ ਕਿਸਾਨ ਏਕਤਾ ਦਿਵਸ ਦਾ ਨਾਂ ਅਸੀਂ ਗੁਰੂ ਰਵਿਦਾਸ ਜੀ ਦੇ ਨਾਲ ਜੋੜ ਰਹੇ ਹਾਂ। ਪੁਆਇੰਟ ਹੋਰ ਮੈਂ ਐਡ ਕਰ ਦਿਆਂ ਜੀ ਜਦੋਂ ਅਸੀਂ ਥੋੜਾ ਜਿਹਾ ਹੋਰ ਪਿੱਛੇ ਜਾਂਦੇ ਨਾ, ਇਹ 3 ਬਿੱਲਾਂ ਆਉਣ ਤੋਂ ਪਹਿਲਾਂ ਵੀ ਕੁਝ ਬਿੱਲ ਆਏ ਸਨ ਜੀ, ਬਿਲਕੁਲ ਹੋਰ ਕਾਨੂੰਨ ਪਾਸ ਕੀਤੇ ਗਏ ਸਨ ਜੀ ਮਜ਼ਦੂਰਾਂ ਦੇ, ਬਿਲਕੁਲ ਇਹ ਹੁਣੇ ਇੰਡਸਟਰੀਅਲ ਕੋਡ ਜਿਵੇਂ ਪਾਸ ਹੋਏ ਨੇ, ਲੇਬਰ ਐਕਟ ਖਰਾਬ ਕੀਤਾ ਗਿਆ, ਸੋ ਕਾਲਡ ਰਿਫਾਰਮਸ, ਔਰ ਇਸੇ ਤਰ੍ਹਾਂ ਐਜੂਕੇਸ਼ਨ ਦੇ ਉੱਤੇ ਵੀ ਨਵੀਂ ਐਜੂਕੇਸ਼ਨ ਪਾਲਿਸੀ ਆਈ। ਬਿਲਕੁਲ ਔਰ ਇਹ ਜਦੋਂ ਬਿੱਲ ਆਏ ਉਹ ਜਿਨ੍ਹਾਂ ਨੂੰ ਟੱਚ ਕਰਦੇ ਸੀ ਸਿਰਫ ਉਹਨਾਂ ਨੇ ਆਵਾਜ਼ ਉਠਾਈ, ਉਹੀ ਲੜੇ। ਮਜ਼ਦੂਰਾਂ ਦਾ ਸੀ ਤਾਂ ਮਜ਼ਦੂਰ ਹੀ ਲੜੇ। ਜਦੋਂ ਐਜੂਕੇਸ਼ਨ ਪਾਲਿਸੀ ਆਈ ਤਾਂ ਐਜੂਕੇਸ਼ਨ ਦੇ ਨਾਲ ਸੰਬੰਧਿਤ ਲੋਕ ਵੀ ਪੂਰੀ ਤਰ੍ਹਾਂ ਲੜੇ ਹੀ ਨਹੀਂ। ਪੰਜਾਬ ਦੇ ਵਿੱਚੋਂ ਤਾਂ ਥੋੜੀ ਬਹੁਤ ਆਵਾਜ਼ ਉੱਠੀ, ਖਿਆਲ ਹੀ ਨਹੀਂ ਕੀਤਾ। ਯੂਨੀਵਰਸਿਟੀਆਂ ਦਾ ਗਲਾ ਘੁੱਟਿਆ ਜਾ ਰਿਹਾ ਤੇ ਇਕੱਲੇ ਪ੍ਰੋਫੈਸਰ ਲੜ ਰਹੇ ਨੇ, ਇਕੱਲੇ ਪ੍ਰੋਫੈਸਰ ਲੜ ਰਹੇ ਆ। ਫਰਜ਼ ਸਾਡਾ ਸਾਰਿਆਂ ਦਾ। ਹਾਂ, ਐਜੂਕੇਸ਼ਨ ਜਿਹੜਾ ਸੁਸਾਇਟੀ ਨਾਲ ਤਾਲੁਕ ਰੱਖਣ ਵਾਲਾ ਮਸਲਾ ਹੁੰਦਾ, ਇਹ ਲੋਕ ਉਹ ਸਾਰੇ ਜਿਹੜੇ ਉਸ ਟਾਈਮ ਦੇ ਉੱਤੇ ਨਾ ਮਜ਼ਦੂਰਾਂ ਦੇ ਪਿੱਛੇ ਖੜੇ ਹੋਏ ਨਾ ਐਜੂਕੇਸ਼ਨਿਸਟਾਂ ਦੇ ਪਿੱਛੇ ਖੜੇ ਹੋਏ, ਲੇਕਿਨ ਉਹਨਾਂ ਦੀਆਂ ਲੀਡਰਸ਼ਿਪਸ ਦੇ ਉੱਤੇ ਵੀ ਤਾਂ ਸਵਾਲ ਆਣਗੇ ਨਾ ਕਿ ਉਹ ਨਹੀਂ ਕਰ ਸਕੇ, ਉਹ ਨਹੀਂ ਉਸ ਤਰੀਕੇ ਨਾਲ ਅੰਦੋਲਨ ਨੂੰ ਚਲਾ ਸਕੇ। ਕਿਸਾਨ ਲੀਡਰਸ਼ਿਪ ਨੇ ਇੰਨਾ ਇੱਕ ਪ੍ਰੈਕਟਿਸ ਕਮਾਈ ਹੋਈ ਸੀ, ਆਰਗੇਨਾਈਜੇਸ਼ਨਸ ਲੁਬਰੀਕੇਟ ਕੀਤੀਆਂ ਹੋਈਆਂ ਸੀ, ਜਥੇਬੰਦਕ ਕੰਮ ਕੀਤਾ ਹੋਇਆ ਸੀ ਧਰਤੀ ਦੇ ਉੱਤੇ, ਪਿੰਡ ਦੇ ਵਿੱਚ ਯੂਨਿਟ ਸਨ। ਨਹੀਂ ਐਸਪੀ ਸਿੰਘ ਜੀ, ਮੈਂ ਗੱਲ ਹੋਰ ਕਰਨੀ ਮੈਂ ਤਾਂ ਜਿਹੜੀ ਤੇ ਰੈਪਰੈਜ਼ੈਂਟ ਸਿਰਫ ਉਹਨਾਂ ਵੱਲੋਂ ਆਰਗੂ ਕਰ ਰਹੇ ਹਾਂ ਨਹੀਂ ਉਹ ਮੈਂ ਇਹ ਕਰਨੀ ਚਾਹੁੰਦਾ ਹੈ ਕਿ ਜਦੋਂ ਉਹ ਲੜ ਰਹੇ ਸੀ ਅਸੀਂ ਉਹਨਾਂ ਦੇ ਪਿੱਛੇ ਨਹੀਂ ਖੜੇ ਹੋਏ ਜੀ। ਬਿਲਕੁਲ। ਔਰ ਉਹਨਾਂ ਦੀ ਇੱਕ ਲੀਡਰਸ਼ਿਪ ਦਾ ਵੀ ਇੱਕ ਮਸਲਾ ਸੀਗਾ ਕਿ ਉਹ ਕਿੰਨਾ ਕੁ ਲੀਡ ਕਰਨ ਦੇ ਸਮਰੱਥ ਨੇ, ਬਿਲਕੁਲ ਕਿੱਥੋਂ ਤੱਕ ਦੂਜੇ ਸੈਕਸ਼ਨ ਨੂੰ ਨਾਲ ਲੈ ਕੇ ਚੱਲ ਸਕਦੇ ਆ। ਜਦੋਂ ਹੁਣ ਕਿਸਾਨਾਂ ਦਾ ਮਸਲਾ ਉੱਠਿਆ, ਉਹ ਸਿਰਫ ਇਸ ਕਰਕੇ ਨਹੀਂ ਜਾ ਰਿਹਾ ਕਿ ਕਿਸਾਨ ਦੀ ਜ਼ਮੀਨ ਚਲੀ ਜਾਣੀ ਆ ਜਾਂ ਕਿਸਾਨਾਂ ਨੂੰ ਜਿਹੜਾ ਉਹ ਨੁਕਸਾਨ ਹੋ ਰਿਹਾ ਹੈ, ਸਭ ਨੂੰ ਇੰਪੈਕਟ ਹੁੰਦਾ ਹੈ ਨਾ। ਉਹ ਹੁਣ ਇਹ ਫੀਲ ਹੁੰਦਾ ਕਿ ਉਦੋਂ ਮਹਿਸੂਸ ਕਰ ਰਹੇ ਸੀਗੇ ਕਿ ਸਾਡੇ ਨਾਲ ਧੱਕਾ ਹੋਇਆ, ਇਹ ਮਜ਼ਦੂਰਾਂ ਨਾਲ ਧੱਕਾ ਹੋਇਆ, ਲੇਕਿਨ ਉੱਠ ਕੇ ਨਹੀਂ ਤੁਰੇ। ਜਦੋਂ ਹੁਣ ਇੱਕ ਲੀਡਰਸ਼ਿਪ ਮਿਲ ਗਈ ਹੈ, ਮੈਨੂੰ ਲੱਗਦਾ ਇੱਕ ਕ੍ਰਿਟੀਕਲ ਪੁਆਇੰਟ ਵੀ ਹੁੰਦਾ, ਇੱਕ ਥ੍ਰੈਸ਼ਹੋਲਡ ਪੁਆਇੰਟ ਵੀ ਹੁੰਦਾ ਹੈ। ਹੁਣ ਜਦੋਂ ਲੀਡਰਸ਼ਿਪ ਮਿਲ ਗਈ ਹੈ ਕਿ ਕਿਸਾਨ ਅਸਲ ਦੇ ਵਿੱਚ ਉਹ ਆਪਣੀ ਹੀ ਲੜਾਈ ਨਹੀਂ ਲੜ ਰਿਹਾ, ਉਹ ਬਾਕੀ ਸੈਕਸ਼ਨ ਜਿਹੜੇ ਆ ਉਹਨਾਂ ਦੀ ਅਗਵਾਈ ਕਰ ਰਿਹਾ ਹੈ। ਔਰ ਇਸ ਤਰ੍ਹਾਂ ਮੈਂ ਤੁਹਾਨੂੰ ਨਾ ਲੈਟ ਮੀ ਕੋਟ ਚਾਨਾ ਸਾਹਿਬ ਟੂ ਚਾਨਾ ਸਾਹਿਬ, ਤੁਸੀਂ ਲਿਖਦੇ ਹੋ 17ਵੇਂ ਨੰਬਰ ਪੇਜ ਤੇ, ਮੇਰੇ ਕੋਲ ਐਡੀਸ਼ਨ ਪੁਰਾਣਾ ਪਾਇਆ ਦਾ। ਇਹ ਐਸਪੀ ਸਿੰਘ ਨਹੀਂ, ਇਹ ਵੀ ਚਾਨਾ ਜੀ ਹੀ ਬੋਲ ਰਹੇ ਨੇ। ਹਾਂ ਇਹ ਚਾਨਾ ਜੀ ਬੋਲ ਰਹੇ ਨੇ, ਮੈਂ ਤਾਂ ਆਪਣੇ ਆਪ ਨੂੰ ਮਨਫੀ ਕਰਨਾ ਚਾਹ ਰਿਹਾ। ਤੁਸੀਂ ਲਿਖਿਆ ਹਰ ਇਨਸਾਨ ਦੀ ਆਪਣੇ ਬੀਤੇ ਇਤਿਹਾਸ ਬਾਰੇ ਫਿਕਰਮੰਦੀ ਉਸਦੇ ਆਪਣੇ ਭਵਿੱਖ ਦੀ ਹੀ ਫਿਕਰਮੰਦੀ ਹੁੰਦੀ ਹੈ। ਠੀਕ ਹੈ, ਹੁਣ ਤੁਸੀਂ ਦੱਸੋ ਵੀ ਜਿਹੜਾ ਸਾਡਾ ਹਿਸਟੋਰੀਕਲ ਐਕਸਪੀਰੀਅੰਸ ਰਿਹਾ ਔਰ ਪਾਰਟਿਕੂਲਰਲੀ ਸਿੱਖੀ ਦੀ ਜਿਹੜੀ ਵਿਰਾਸਤ ਹੈ, ਉਹ ਜਿਸ ਕਿਸਮ ਦਾ ਹਲੂਣਾ ਇਸ ਘੋਲ ਨੂੰ ਦੇ ਰਹੀ ਹੈ, ਉਹਦੀ ਜਿਹੜੀ ਉਸ ਕਰਕੇ ਜਿਹੜੀ ਓਨਰਸ਼ਿਪ ਹੈ ਘੋਲ ਦੀ ਕਿ ਕਿਉਂ ਸਕਸੈਸਫੁਲ ਰਿਹਾ, ਇੱਕ ਧਿਰ ਦੂਜੀ ਤੋਂ ਜ਼ਿਆਦਾ ਕਬੂਲ ਕਰ ਰਹੀ ਹੈ, ਕਲੇਮ ਕਰ ਰਹੀ ਹੈ। ਦੂਸਰੀ ਧਿਰ ਇੱਕ ਕਹਿੰਦੀ ਜੀ ਅਸੀਂ ਤਾਂ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਦੇਖਦੇ ਹਾਂ ਅਸੀਂ, ਤੇ ਉਹ ਮੈਨੂੰ ਲੱਗਦਾ ਲੈਟ ਮੀ ਸੇ ਇਟ ਤੁਹਾਡੀ ਧਿਰ ਹੈ, ਸਿੱਧਾ ਜਿਹਾ ਹਿਸਾਬ ਹੈ ਨਾ, ਤੇ ਉਹਨਾਂ ਨੂੰ ਇਹ ਜਾਪਦਾ ਹੈ ਕਿ ਸਾਂਝੀਵਾਲਤਾ ਦੇ ਵਿੱਚ ਸਾਰਾ ਕੁਝ ਆ ਜਾਂਦਾ ਹੈ। ਤੁਸੀਂ ਦੱਸੋ ਕਿ ਇਹ ਜਿਹੜੀ ਮਾਰਕਸਿਸਟ ਲਾਈਨ ਹੈ ਜਿਹੜੀ
ਤੇ ਜਿਹੜੀ ਅਧਿਆਤਮਿਕਤਾ ਵਾਲੀ ਲਾਈਨ ਹੈ ਇਹ ਨੈਸੈਸਰਲੀ ਇੱਕ ਦੂਜੇ ਨਾਲ ਇੰਟਰਸੈਕਟ ਕਰਦੀਆਂ ਨੇ, ਪੈਰਲਲ ਚੱਲ ਰਹੀਆਂ ਨੇ, ਤੇ ਮੈਨੂੰ ਇਹ WhatsApp ਗਰੁੱਪਾਂ ਦੇ ਵਿੱਚ ਤੇ Facebook ਦੇ ਵਿੱਚ ਉੱਤੇ ਇੱਕ ਦੂਜੇ ਦੇ ਵਿੱਚ ਵੱਜਦੀਆਂ ਕਿਉਂ ਨਜ਼ਰ ਆ ਰਹੀਆਂ ਨੇ? ਇਹ ਟੱਕਰਾਂ ਕਿਉਂ ਮਾਰ ਰਹੇ ਨੇ ਇੱਕ ਦੂਜੇ ਨਾਲ? ਦੇਖੋ ਕਿ ਨਿਰਾਰਥਕ ਬਹਿਸ ਹੈ ਤੇ ਦਰਅਸਲ ਇਸ ਕਿਸਮ ਦੇ ਬਹਿਸਾਂ ਜੋ ਵੀ ਬਾਹਰ ਰਹਿਣੀ ਚਾਹੀਦੀ। ਜਦੋਂ ਅਸੀਂ ਇਹਨੂੰ ਅਮਲ ਦੇ ਵਿੱਚ ਦੇਖ ਰਹੇ ਨਾ, ਹੋ ਕੀ ਰਿਹਾ, ਪ੍ਰੈਕਟਿਸ ਦੇ ਵਿੱਚ ਕੀ ਹੋ ਰਿਹਾ, ਇਹ ਹੁਣ ਜ਼ੁਬਾਨੀ ਗੁਲਾਮੀ, ਚਾਹੇ WhatsApp ਦੇ ਉੱਤੇ ਬਹਿਸ ਜਿਸ ਤਰ੍ਹਾਂ ਦੀ ਮਰਜ਼ੀ ਇਹ ਅਧਿਆਤਮਕਤਾ ਨੂੰ, ਸੋਸ਼ਲਿਜ਼ਮ ਨੂੰ, ਸਾਂਝੀਵਾਲਤਾ ਨੂੰ ਅਲੱਗ-ਅਲੱਗ ਕਰਕੇ ਜੇ ਪੇਸ਼ ਕਰਨ ਦੀ ਕੋਸ਼ਿਸ਼ ਵੀ ਕਰਨਗੇ, ਪਰ ਹੁਣ ਹੋ ਨਹੀਂ ਰਹੀ, ਕਿਉਂਕਿ ਸੰਘਰਸ਼ ਦੇ ਵਿੱਚ ਜਦੋਂ ਉਦੋਂ ਫਿਰ ਉਹ ਸਾਰਾ ਨਿਖਾਰ ਹੋ ਰਿਹਾ ਆਪਣੇ ਆਪ। ਓਕੇ, ਤੁਸੀਂ ਕਹਿੰਦੇ ਅੰਦੋਲਨ ਵਿਲ ਬੀ ਦਾ ਫਿਲਟਰ। ਹਾਂ, ਅੰਦੋਲਨ ਹੈ ਜਿਹੜਾ, ਉਹ ਸੰਘਰਸ਼ ਹੈ ਜਿਹੜਾ ਨਾ, ਉਹ ਫੈਸਲਾ ਕਰ ਦਿੰਦਾ ਕਿ ਸਹੀ ਕੀ ਆ, ਗਲਤ ਕੀ ਆ। ਤੁਸੀਂ ਪ੍ਰੋਗਰਾਮ ਇੱਕ ਲੰਬਾ ਸਮਾਂ ਕਰਦੇ ਰਹੇ ਹੋ, ਆਮ ਸੌਰੀ ਕਥਾ ਕਲਾਮੀ ਲਈ, ਕੀ ਨਾਮ ਸੀ ਸਰ, ਆਜਾ ਮੇਰਾ ਪਿੰਡ ਦੇਖ ਲਿਆ ਕਰਕੇ ਨਾ, ਜਲੰਧਰ ਦੂਰਦਰਸ਼ਨ ਤੋਂ ਕਾਫੀ ਸਾਰੀਆਂ ਕੀਤੇ ਤੁਸੀਂ ਐਪੀਸੋਡਸ ਉਹਦੇ, 150 ਦੇ ਕਰੀਬ, 150 ਦੇ ਕਰੀਬ, ਔਰ ਲਗਭਗ ਇੰਨੇ ਹੀ ਪਿੰਡਾਂ ਨਾਲ ਤੁਸੀਂ ਗੱਲ ਕੀਤੀ ਹੋਣੀ ਹੈ, ਇੰਨੇ ਹੀ ਪਿੰਡ ਦੇ ਨਿਵਾਸੀਆਂ ਨਾਲ ਤੁਸੀਂ ਗੱਲਾਂ ਕੀਤੀਆਂ ਹੋਣੀਆਂ ਨੇ। ਸੋ ਪੰਜਾਬ ਨਾਲ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਉਹਦੇ ਚੋਂ ਇੱਕ ਤੁਸੀਂ ਨਿਤਾਰਾ ਕੱਢਿਆ ਸੀ ਜਿਹੜਾ ਉਸ ਵੇਲੇ, ਉਹ ਇਹ ਸੀਗਾ ਕਿ ਨੂੜੇ ਪਏ ਨੇ ਆਪਸ ਦੇ ਵਿੱਚ, ਧਿਰਾਂ ਇੱਕ ਦੂਜੇ ਨਾਲ ਲੜਦੀਆਂ ਨੇ, ਇੱਕੋ ਹੀ ਪਿੰਡ ਦੀਆਂ ਵਾਸੀ ਨੇ, ਇਹ ਇੱਕ ਦੂਜੇ ਤੋਂ ਨਫ਼ਰਤ ਦੀ ਹੱਦ ਤੱਕ ਇਹ ਇੱਕ ਦੂਜੇ ਨਾਲ ਖਹਿੰਦੇ ਨੇ, ਪਰ ਆਪਸ ਵਿੱਚ ਆਰਥਿਕਤਾ ਨੇ, ਸਮਾਜਿਕ ਹਾਲਾਤਾਂ ਨੇ, ਜ਼ਿੰਦਗੀ ਦੀਆਂ ਪ੍ਰੈਗਮੈਟਿਕ ਜ਼ਰੂਰਤਾਂ ਨੇ ਇਸ ਕਦਰ ਆਪਸ ਵਿੱਚ ਵੀੜੇ ਹੋਏ ਨੇ ਕਿ ਇੱਕ ਦੂਜੇ ਨੂੰ ਛੱਡ ਕੇ ਨਹੀਂ ਜਾਂਦੇ, ਰਹਿੰਦੇ ਉੱਥੇ ਇਕੱਠੇ ਹੀ ਨੇ। ਤੇ ਜਦੋਂ ਸਵਾਲ ਹੋਂਦ ਦਾ ਆਉਂਦਾ, ਜਦੋਂ ਸਵਾਲ ਸੁਰੱਖਿਆ ਦਾ ਆਉਂਦਾ, ਉਸ ਵੇਲੇ ਐਜ਼ ਵਨ ਯੂਨਿਟ ਫਿਰ ਲੜਦੇ ਨੇ। ਤੇ ਇਹ ਤੁਸੀਂ ਲਿਖਿਆ ਸੀ, ਮੈਨੂੰ ਤੇ ਕਿਤਾਬ ਪ੍ਰਾਪਤ ਤੁਸੀਂ 2011 ਵਿੱਚ, ਹੁਣ ਤੁਸੀਂ ਆਫ ਕੋਰਸ ਦੁਬਾਰਾ ਇਹਦੇ ਦੂਜਾ ਤੀਜਾ ਐਡੀਸ਼ਨਸ ਆ ਰਹੇ ਨੇ, ਉਹਦੇ ਵਿੱਚ ਮੈਂ ਐਗਜ਼ਾਮਪਲ ਇਹੀ ਦਿੱਤੀ ਸੀ ਕਿ ਇੱਕ ਪਿੰਡ ਦੇ ਵਿੱਚ, ਤੇ ਇਹ ਮੈਨੂੰ ਤਾਂ ਇਹ ਸੀਗਾ, ਇਹ ਤੁਸੀਂ ਅੰਦੋਲਨ ਦਾ ਜਿਹੜਾ ਜਰਨਲਿਜ਼ਮ ਸੀਗਾ ਇਹ ਤੁਸੀਂ ਮਤਲਬ 10 ਸਾਲ ਪਹਿਲਾਂ ਹੀ ਕਰ ਦਿੱਤਾ ਸੀਗਾ। ਇਹ ਮੈਨੂੰ ਤਾਂ ਐਂ ਲੱਗਾ ਵੀ ਸਿੰਘੂ ਬਾਰਡਰ ਤੋਂ ਲਿਖੀ ਹੋਈ ਰਿਪੋਰਟ ਹੈ। ਨਹੀਂ, ਉਹ ਇਹ ਸੀਗਾ ਕਿ ਇੱਕ, ਕਿਉਂਕਿ ਸਾਡੀ ਸੁਸਾਇਟੀ ਹੈ ਜਿਹੜੀ ਬਹੁਤ ਇੰਨੇ ਸਦੀਆਂ ਤੋਂ ਜਿਹੜੀ ਚਲੀ ਆ ਰਹੀ ਆ, ਇਹ ਕੰਟਰਾਡਿਕਸ਼ਨਸ ਕਰਕੇ ਹੀ ਇਕੱਠੀ ਆ। ਵੈਰੀ ਇੰਟਰਸਟਿੰਗ, ਕੰਟਰਡਿਕਸ਼ਨਸ ਕਰਕੇ ਹੀ ਇਕੱਠੀ ਹੈ। ਹਾਂ, ਉਹ ਇਕੱਠੀ ਆ। ਜੇ ਅਸੀਂ ਇਹ ਅੰਦਾਜ਼ਾ ਸਾਰੇ ਜ਼ਮੀਨਾਂ ਵਾਲੇ ਹੋ ਜਾਣਗੇ ਤੇ ਫਿਰ ਵੀ ਲੜਨਗੇ ਤੁਸੀਂ। ਇਹ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇੱਕੋ ਹੀ ਕਲਾਸ ਹੋਏਗੀ ਜੀ, ਜਾਂ ਇੱਕੋ ਹੀ ਕਲਾਸ ਹੈ ਜੀ। ਇਹ ਸਾਡੀ ਸੁਸਾਇਟੀ ਦਾ ਕਿ ਇੱਕ ਪੱਖ ਵੀ ਹੈ। ਤੁਸੀਂ ਪਿੰਡ ਬਾਰੇ ਕਿਹਾ ਕਿ ਪਿੰਡ ਇੱਕ ਯੂਨਿਟ ਬਣ ਜਾਂਦਾ ਤੇ ਉੱਥੇ ਇੱਕ ਯੂਨਿਟ ਬਣਿਆ ਪਿਆ। ਇੱਕ ਹੋਰ ਸਵਾਲ ਆ ਰਿਹਾ, ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ, ਇੱਕ ਹੋਰ ਸਵਾਲ ਜਿਹੜਾ ਬਾਰ-ਬਾਰ ਆ ਰਿਹਾ ਕਿ ਭਾਈ ਕਿਰਸਾਨੀ ਦੀ ਬੜੀ ਗੱਲ ਹੁੰਦੀ ਹੈ, ਕਿਰਸਾਨੀ ਦੇ ਕਿੱਤੇ ਵਿੱਚ ਕੀ ਕੋਈ ਖਾਸ ਹੈ? ਕੁਝ ਤਰ੍ਹਾਂ ਹੈਗੀਆਂ ਨੇ ਜਿਹੜੀਆਂ ਸੁਮੇਲ ਸਿੰਘ ਜੀ ਦੇ ਸ਼ਬਦਾਂ 'ਚ ਕਈ ਵਾਰੀ ਇਹਨਾਂ ਦੇ ਨਾਲ ਮੈਸੇਜ ਹੀ ਹੁੰਦੀਆਂ ਰਹਿੰਦੀਆਂ ਨੇ। ਇਹ ਸ਼ੋਅ ਦੇ ਤੁਹਾਡਾ ਹੈ, ਮੈਂ ਇਹਦਾ ਪੇਟੈਂਟ ਨਹੀਂ ਲੈ ਰਿਹਾ। ਮੈਸੇਜੀ ਇਸ ਕਿਸਮ ਦੇ ਨਾਲ ਪੰਜਾਬ ਮੈਸੇਜੀ ਕਿਉਂ ਹੋਇਆ ਪਿਆ? ਸ਼ਹਿਰ ਦਾ ਪਿੰਡ ਨਾਲ ਵਾਰਤਾਲਾਪ ਕਿਵੇਂ ਦਾ ਚੱਲ ਰਿਹਾ ਹੈ? ਸ਼ਹਿਰੀਆਂ ਦਾ ਅੰਦੋਲਨ ਨਾਲ ਵਾਰਤਾਲਾਪ ਕਿਵੇਂ ਦਾ ਚੱਲ ਰਿਹਾ ਹੈ? ਤੇ ਕਿਰਸਾਨੀ, ਧਰਤੀ ਪੁੱਤਰ, ਹਲ ਵਾਹਕ, ਪਿੰਡਾਂ ਵਾਲੇ, ਜ਼ਮੀਨਾਂ ਵਾਲੇ, ਜੱਟ, ਇਹ ਜਿਹੜਾ ਸਾਰਾ ਮੁਹਾਵਰਾ ਹੈ, ਇਹਦੇ ਵਿੱਚ ਵਣਜਾਰਿਆਂ ਨੇ, ਆਰਟੀਜ਼ਨਸ ਨੇ, ਸ਼ਹਿਰ ਦੇ ਦੁਕਾਨਦਾਰਾਂ ਨੇ, ਟ੍ਰੇਡਰਸ ਨੇ, ਫੋਕਲ ਪੁਆਇੰਟਾਂ ਨੇ ਤੇ ਚੇਅਰਮੈਨਾਂ ਨੇ, ਸਾਡੇ ਖੱਦਰਪੋਸ਼ਾਂ ਨੇ, ਉਹਨਾਂ ਨੇ ਆਪਣੇ ਆਪ ਨੂੰ ਇਸ ਸਾਰੇ ਅੰਦੋਲਨ ਦੇ ਨਾਲ ਉਹਨਾਂ ਦੀ ਵਾਬਸਤਗੀ ਕਿਸ ਕਿਸਮ ਦੀ ਹੈ? ਵੀ ਵਿਲ ਟਾਕ ਅਬਾਊਟ ਦਿਸ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਪੱਕੇ ਹੋਏ ਕਿਸਾਨੀ ਅੰਦੋਲਨ ਦੇ ਵਿੱਚੋਂ ਉੱਠੇ ਕੁਝ ਗੁੰਝਲਦਾਰ ਸਵਾਲਾਂ ਬਾਰੇ, ਕੁਝ ਫਾਲਟ ਲਾਈਨਸ ਦੇ ਬਾਰੇ। ਸਾਡੇ ਨਾਲ ਚਰਚਾ ਵਿੱਚ ਸ਼ਾਮਲ ਨੇ ਸਤਨਾਮ ਸਿੰਘ ਚਾਨਾ ਜੀ ਅਤੇ ਡਾਕਟਰ ਸੁਮੇਲ ਸਿੰਘ ਸਿੱਧੂ ਜੀ। ਸੁਮੇਲ ਜੀ, ਇੱਕ ਗੱਲ ਦਾ ਬੜਾ ਜ਼ਿਕਰ ਚਾਨਾ ਸਾਹਿਬ ਨੇ ਕੀਤਾ, ਮੈਂ ਛੇਤੀ ਨਾਲ ਹੁਣ ਪਤਾ ਨਹੀਂ ਸਫਾ ਉਹ ਲੱਭ ਸਕਾਂਗਾ ਕਿ ਨਹੀਂ। ਇਹਨਾਂ ਨੇ ਕਿਹਾ ਕਿ ਜਿਸ ਵੇਲੇ ਅੰਮ੍ਰਿਤਸਰ ਸ਼ਹਿਰ ਵਸਾਇਆ ਗਿਆ ਤਾਂ ਗੁਰੂ ਕਾ ਬਾਜ਼ਾਰ ਸੈਟਅਪ ਕੀਤਾ ਗਿਆ। ਉਹ ਬੜਾ ਪਿਆਰਾ ਇਹਨਾਂ ਨੇ ਸ਼ਬਦ ਉੱਥੇ ਯੂਜ਼ ਕੀਤਾ, ਫੋਕਲ ਪੁਆਇੰਟ। ਉਹਨਾਂ ਨੇ ਕਿਹਾ ਵੀ ਇਹ ਪਹਿਲਾ ਯੋਜਨਾਬੱਧ ਫੋਕਲ ਪੁਆਇੰਟ ਦੀ ਸਥਾਪਨਾ ਉੱਥੇ ਹੋਈ ਸੀ ਤੇ 52 ਕਿੱਤਿਆਂ ਦੇ ਲੋਕਾਂ ਨੂੰ ਲਿਆ ਕੇ ਉੱਥੇ ਵਸਾਇਆ ਗਿਆ। ਔਰ ਉਹ ਸ਼ਬਦ ਸੀ ਕਿ ਜਿਹੜਾ ਗੁਰੂ ਰਾਮਦਾਸ ਜੀ ਨੇ ਭਾਵਨਾਤਮਕ ਤੇ ਰੂਹਾਨੀ ਏਕਤਾ ਤੋਂ ਇੱਕ ਕਦਮ ਅੱਗੇ ਜਾਂਦਿਆਂ ਹੋਇਆ ਇੱਕ ਆਰਥਿਕ ਵਿਕਾਸ ਕਰਨ ਦਾ, ਲੋਕਾਂ ਦਾ, ਖਾਸ ਤੌਰ ਤੇ ਦੱਬੇ ਕੁਚਲੇ ਲੋਕਾਂ ਦਾ, ਉਹਨਾਂ ਨੂੰ ਇੱਕ ਸਾਂਝੀ ਆਰਥਿਕ ਕਿਰਿਆ ਵਿੱਚ ਜੋੜਨ ਲਈ ਇਹ ਬਾਜ਼ਾਰ ਵਸਾਇਆ। ਉਹਦੇ ਵਿੱਚ ਆਰਟੀਜ਼ਨਸ ਨੇ, ਉਹਦੇ ਸ਼ਾਪਕੀਪਰਸ ਨੇ, ਉਹਦੇ 'ਚ ਉਹਨਾਂ ਨੇ ਕਿਹਾ ਕਿ ਇਹਨੂੰ ਬਲਕਿ ਅੰਮ੍ਰਿਤਸਰ ਸ਼ਹਿਰ ਨੂੰ ਵਸਾਇਆ ਹੀ ਉਸ ਜਗ੍ਹਾ 'ਤੇ ਇਸ ਲਈ ਗਿਆ। ਉਹਦੀ ਚੋਣ ਦੇ ਵਿੱਚ ਵੀ ਇੱਕ ਸਟ੍ਰੈਟਜੀ ਸੀ ਕਿ ਇਹ ਟ੍ਰੇਡ ਦੇ ਇੱਕ ਰੂਟ ਦੇ ਉੱਤੇ, ਇੱਕ ਮਹੱਤਵਪੂਰਨ ਰੂਟ ਦੇ ਉੱਤੇ ਹੈ, ਤੇ ਫਿਰ ਉਹਨੂੰ ਵਡੇਰੀ ਮੰਡੀ ਦੇ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਬਕਾਇਦਾ, ਬਲਕਿ ਉਹਦੇ ਲਈ ਲੜਾਈ ਲੜੀ। ਜਿਹੜਾ ਅਕਬਰ ਬੀਰਬਲ ਦੀਆਂ ਕਹਾਣੀਆਂ ਸਾਡੇ ਬੱਚੇ ਸੁਣਦੇ ਨੇ, ਇਹ ਬੀਰਬਲ ਫੌਜਾਂ ਲੈ ਕੇ ਚੜ੍ਹਿਆ ਆ ਰਿਹਾ ਸੀਗਾ ਗੁਰੂ ਅਰਜਨ ਪਾਤਸ਼ਾਹ ਦੇ ਉੱਤੇ ਕਿ ਭਾਈ ਅਸੀਂ ਤਾਂ ਇੱਥੋਂ ਟੈਕਸ ਲਾਂਗੇ,
ਤੇ ਗੁਰੂ ਵੱਲੋਂ ਰੈਜ਼ਿਸਟੈਂਸ ਹੀ ਬਕਾਇਦਾ। ਉਹ ਤਾਂ ਵੱਖਰੀ ਗੱਲ ਹੈ ਕਿ ਇੱਕ ਮੋੜਾ ਕਟਿਆ ਕੋਈ ਇਤਿਹਾਸ ਨੇ ਤੇ ਬੀਰਬਲ ਨੂੰ ਕਿਧਰੇ ਹੋਰ ਜਾਣਾ ਪੈ ਗਿਆ ਜਿੱਥੇ ਮੌਤ ਖਾਸ ਤੌਰ ਤੇ ਉਹਦਾ ਇੰਤਜ਼ਾਰ ਕਰ ਰਹੀ ਸੀਗੀ ਤੇ ਉਹ ਵਾਲੀ ਜੰਗ ਟਲੀ। ਹੁਣ ਜਿਹੜਾ ਅੰਦੋਲਨ ਚੱਲ ਰਿਹਾ ਹੈ ਇਹਦੇ ਵਿੱਚ ਜਿਹੜਾ ਡੋਮੀਨੈਂਟ ਮੁਹਾਵਰਾ ਕਿਰਸਾਨੀ ਦਾ, ਧਰਤੀ ਪੁੱਤਰਾਂ ਦਾ, ਮਤਲਬ ਮੈਂ ਉਹਦੇ ਪੈਟਰੀਆਰਕਲ ਐਸਪੈਕਟਸ ਤੇ ਨਹੀਂ ਜਾ ਰਿਹਾ, ਉਹ ਇੱਕ ਵੱਖਰੀ ਬਹਿਸ ਦਾ ਹਿੱਸਾ ਹੈ। ਪਿੰਡਾਂ ਦਾ ਜੁੜਿਆ, ਉਹਦੇ ਨਾਲ ਨਾਲ ਇੱਕ ਪੈਰਲਲ ਅੱਛਾ ਸੋਹਣਾ ਸੁਹਿਰਦ ਵਾਰਤਾਲਾਪ ਪਿੰਡ ਤੇ ਸ਼ਹਿਰ ਦਾ ਜੁੜਿਆ, ਕਿਉਂਕਿ ਮੈਂ ਦਿੱਲੀ ਦੇ ਸ਼ਹਿਰੀਆਂ ਨੂੰ ਲੰਗਰ ਬਣਾ ਕੇ ਉਲਟੇ ਪਾਸੇ ਸਿੰਘੂ ਬਾਰਡਰ ਵੱਲੋਂ ਦੀ ਆ ਕੇ ਤੇ ਪਹੁੰਚਾਉਂਦਿਆਂ ਵੀ ਦੇਖਦਾ। ਹਾਊ ਡੂ ਯੂ ਸੀ ਆਲ ਥੀਸ? ਇਹ ਦੋਨੋਂ ਇਹਨਾਂ ਨੇ ਕਿਹਾ ਨਾ ਕੰਟਰਾਡਿਕਸ਼ਨਸ ਦਾ ਸਮਾਜ ਜੁੜਿਆ ਹੋਇਆ ਹੈ, ਇਹ ਬਹੁਤ ਸਾਰੀਆਂ ਕੰਟਰਾਡਿਕਸ਼ਨਸ ਵੀ ਹੈਗੀਆਂ ਨੇ। ਬੇਸ਼ੱਕ ਨੇ, ਹਰੇਕ ਆਰਗੈਨਿਕ ਭਾਈਚਾਰੇ ਦੇ ਅੰਦਰ ਇਹ ਕੰਟਰਾਡਿਕਸ਼ਨਸ ਰਹਿੰਦੀਆਂ ਹੀ ਹੁੰਦੀਆਂ ਜੀ। ਜਿਹੜੀ ਗੱਲ ਆਪਾਂ ਅੰਮ੍ਰਿਤਸਰ ਸ਼ਹਿਰ ਦੇ ਵਸਣ ਦੀ ਤੇ ਉਹ ਇੱਕ ਵਪਾਰ ਦੇ ਕੇਂਦਰ ਦੇ ਵਜੋਂ ਵੀ, ਵਪਾਰ ਦੇ ਨਾਲੋਂ ਤਾਂ ਸ਼ਹਿਰਾਂ ਦਾ ਇੱਕ ਜ਼ਰੂਰੀ ਹਿੱਸਾ ਹੁੰਦਾ ਹੀ ਹੈ ਜੀ, ਪਰ ਉਸ ਦੇ ਨਾਲ ਜਿਹੜਾ ਦਸਤਕਾਰੀ ਦੇ ਨਾਲ ਹੀ ਉਹਦੇ ਅੰਦਰ ਇੱਕ ਆਤਮ ਨਿਰਭਰਤਾ ਆਉਂਦੀ ਹੈ। ਹਾਂ ਬਿਲਕੁਲ, ਕਿ ਜਿੱਥੇ ਪ੍ਰੋਡਕਸ਼ਨ ਦਾ ਵੀ ਤੁਹਾਡੇ ਕੋਲ ਇੱਕ ਆਪਣੇ ਆਜ਼ਾਦਾਨਾ ਰਿਸੋਰਸਸ ਹੋਣ। ਬਿਲਕੁਲ, ਐਮਬਰਾਇਡਰੀ ਵਾਲੇ ਲੋਕ ਸੀ, ਜੁਲਾਹੇ ਸਨ। ਇਸ ਪਾਸਿਓਂ ਤੁਸੀਂ ਜਿਹੜਾ ਕਰਤਾਰਪੁਰ ਦੇ ਜਿਹੜੇ ਖੇਤ ਹੈ ਉਹ ਪਹਿਲਾ ਕਮਿਊਨ ਹੈ ਇੱਕ ਲਿਹਾਜ਼ ਦੇ ਨਾਲ ਪੰਜਾਬ ਦੇ ਵਿੱਚ, ਜਿਹਨੂੰ ਧਿਆਨ ਦੇ ਨਾਲ ਦੇਖਿਆ ਜਾਵੇ, ਜਿੱਥੇ ਇੱਕ ਬੰਦਾ ਅਸੀਂ ਜਿਹਨੂੰ ਭਗਤ ਤੇ ਗੁਰੂ ਤੇ ਧੰਨ ਧੰਨ ਕਹਿੰਦੇ ਆ, ਉਹਨੇ ਇਹ ਸਾਰਾ ਕੁਝ ਕਰਕੇ ਮਗਰਲੇ 19-20 ਸਾਲ ਉਹਨੇ ਹਲ ਵਾਇਆ ਆਪ। ਤੁਹਾਨੂੰ ਇਹ ਬਹੁਤ ਘੱਟ ਮਿਲਦਾ ਹੈ। ਕਬੀਰ ਸਾਹਿਬ ਆਪਣੇ ਆਪ ਨੂੰ ਵਾਰ-ਵਾਰ ਜੁਲਾਹਾ ਕਹਿੰਦੇ ਆ, ਰਵਿਦਾਸ ਆਪਣੇ ਆਪ ਨੂੰ ਬੜੇ ਮਾਣ ਦੇ ਨਾਲ ਚਮਾਰ ਕਹਿੰਦੇ ਆ। ਔਰ ਇਹ ਜਿਹੜੀਆਂ ਗੱਲਾਂ ਨੇ ਇਹ ਫਿਰ ਖਡੂਰ ਸਾਹਿਬ ਦੇ ਵੱਲ ਵੀ ਦੇਖੋ, ਔਰ ਕਰਤਾਰਪੁਰ ਤੋਂ ਲੈ ਕੇ ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਦੇ ਵਿੱਚ ਤੁਸੀਂ ਜੀਟੀ ਰੋਡ ਦੇ ਨਜ਼ਦੀਕ ਆਉਂਦੇ ਜਾ ਰਹੇ ਹੋ ਤੇ ਅੰਮ੍ਰਿਤਸਰ ਪੁਰਾਣੀ ਜੀਟੀ ਰੋਡ ਦੇ ਬਿਲਕੁਲ ਉੱਪਰ ਨਹੀਂ ਹੈ, ਥੋੜੇ ਫਾਸਲੇ ਤੇ। ਉਦੋਂ ਉਹ ਜੀਟੀ ਰੋਡ ਤਰਨਤਾਰਨ ਵਾਲੇ ਪਾਸਿਓਂ ਹੋ ਕੇ ਚਲੀ ਜਾਂਦੀ ਸੀ ਜੀ। ਫਿਰ ਕੀ ਹੁੰਦਾ ਹੈ ਕਿ ਜਦੋਂ ਇਹ ਵੱਧਦੀ ਹੈ ਕੰਟਰਡਿਕਸ਼ਨ ਤੁਹਾਡੀ ਸਟੇਟ ਦੇ ਨਾਲ, ਤੇ ਗੁਰਗੱਦੀ ਨੂੰ ਲੈ ਕੇ ਵੀ ਝਗੜਾ ਉਦੋਂ ਹੀ ਸ਼ੁਰੂ ਹੁੰਦਾ ਜਦੋਂ ਇੱਕ ਸ਼ਹਿਰ ਦਾ ਵੀ ਇੱਕ ਐਡਾ ਵੱਡਾ ਇਹ ਸਿਲਸਿਲਾ ਬਣ ਗਿਆ ਹੈ। ਇਹਦਾ ਬਣਨ ਦਾ ਕੀ ਮਤਲਬ ਹੈ ਕਿ ਸਿੱਖ ਸੰਗਤ ਦੇ ਵਿੱਚ ਦੋ ਧੜੇ ਬਣ ਚੁੱਕੇ ਹੈ। ਇੱਕ ਉਹ ਧੜਾ ਹੈ ਜਿਹੜਾ ਮੁਗਲਾਂ ਦੇ ਨਾਲ ਕੋਈ ਟੱਕਰ ਨਹੀਂ ਚਾਹੁੰਦਾ, ਪਹਿਲੀ ਗੱਲ, ਜਿਹੜਾ ਇੱਕ ਵਡੇਰੇ ਹਿੰਦੂ ਜਾਤ ਪਾਤੀ ਪ੍ਰਬੰਧ ਦੇ ਵਿੱਚ ਹੀ ਸਿੱਖੀ ਨੂੰ ਕਿਤੇ ਐਡਜਸਟ ਵੀ ਕਰ ਲੈਂਦਾ, ਇੱਕ ਥੋੜੀ ਜੀ ਉਚੇਰੀ ਜਾਤ ਦੇ ਵਜੋਂ। ਤੇ ਇੱਕ ਪਾਸੇ ਹੈ ਜਿਸ ਨੂੰ ਅਸੀਂ ਗੁਰੂ ਦੇ ਜਾਂ ਗੁਰਮੁਖਾਂ ਦੀ ਜਿਹੜੀ ਗੱਲ ਕਰਦੇ ਆ, ਭਾਈ ਗੁਰਦਾਸ, ਜਿਨ੍ਹਾਂ ਦੇ ਵਿੱਚ ਲਗਾਤਾਰ ਫਲਸਫੇ ਨਾਲ ਜੁੜਿਆ ਹੋਇਆ, ਫਲਸਫੇ ਦੇ ਨਾਲ ਹੀ ਨਹੀਂ, ਇੱਕ ਪੂਰੀ ਜੀਵਨ ਜਾਂਚ ਦੇ ਨਾਲ, ਜਿਹਦੇ ਵਿੱਚ ਕਿ ਟੱਕਰ ਬਣਦੀ ਜਾ ਰਹੀ ਹੈ ਔਰ ਉਹ ਟੱਕਰ ਦੇ ਨਾਲ ਖੜਾ ਹੈਗਾ ਕਿ ਨਹੀਂ ਸਾਡਾ ਟੱਕਰਾ ਹੋਏਗਾ ਇਹਨਾਂ ਦੇ ਨਾਲ। ਤੇ ਫਿਰ ਆਪਾਂ ਗੁਰੂ ਹਰਗੋਬਿੰਦ ਸਾਹਿਬ ਦਾ ਦੌਰ ਦੇਖਦੇ ਹਾਂ। ਇਹ ਜਿਹੜੀ ਕੌਨਸ਼ੀਅਸਨੈਸ ਹੈ ਨੇ ਸੀਪ ਇਨ ਕਿੱਦਾਂ ਕਰਨਾ ਉੱਥੇ ਅੰਦੋਲਨ ਦੇ ਵਿੱਚ? ਮੈਂ ਦੱਸ ਰਿਹਾ ਤੁਹਾਨੂੰ ਕਿ ਇਸ ਦੀ ਜੇ ਥੋੜੀ ਜਿਹੀ ਇਤਿਹਾਸ ਨੂੰ ਦੇਖ ਲਿਆ ਜਾਵੇ ਕਿ ਖਾਂਦੇ ਪੀਂਦੇ ਸਿੱਖਾਂ ਦੀ ਸਿੱਖੀ ਤੇ ਕਿਰਤੀ ਸਿੱਖਾਂ ਦੀ ਸਿੱਖੀ ਦੇ ਵਿਚਕਾਰ ਸਾਨੂੰ ਫਰਕ ਕਰਨਾ ਪਏਗਾ। ਉਹ ਇੱਕ ਚੀਜ਼ ਨਹੀਂ ਹੈ। ਕਿਹੜੀ ਕਿਸਾਨੀ ਦਾ ਸਮਾਜ ਦੇ ਕਿਹੜੇ ਵਰਗ ਵੀ ਨੇ, ਜਾਤ ਪਾਤੀ ਸਿਸਟਮ ਦੇ ਵਿੱਚ ਕੀ ਨੇ। ਮੈਂ ਤੁਹਾਨੂੰ ਸਿੱਧੀ ਗੱਲ ਕਹਿ ਰਿਹਾ ਕਿ ਕਿਹੜੇ ਵਰਗ ਨੇ ਸਮਾਜ ਦੇ ਜਿਹੜੇ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਸੱਜ ਰਹੇ ਨੇ ਤੇ ਕਿਹੜੇ ਨੇ ਜਿਹੜੇ ਸਿਰਫ ਸਹਿਜਧਾਰੀ ਰਹਿ ਰਹੇ ਨੇ। ਇਹਦੇ ਅੰਦਰ ਵੀ ਤੁਹਾਨੂੰ ਸਾਂਝੀਆਂ ਵੀ ਨੇ ਗੱਲਾਂ, ਦੋਵਾਂ ਧਿਰਾਂ ਦੇ ਬੰਦੇ ਵੀ ਨੇ, ਪਰ ਇੱਕ ਵੱਡੀ ਗੱਲ ਇਹਦਾ ਪਤਾ ਵੀ ਲੱਗਦਾ ਹੈ ਕਿ ਕਿਹੜੀਆਂ ਧਿਰਾਂ ਕਿਹੜੇ ਪਾਸੇ ਨੂੰ ਜਾ ਰਹੀਆਂ ਨੇ। ਮੈਂ ਇੱਕ ਛੋਟੀ ਜਿਹੀ ਤੁਹਾਨੂੰ ਮਿਸਾਲ ਦਿੰਦਾ। ਸੈਨਾਪਤ ਦਾ ਟੈਕਸਟ ਹੈ ਗੁਰਸੋਭਾ, ਉਹਦੇ ਵਿੱਚ ਇੱਕ ਗੱਲ ਦਾ ਹਵਾਲਾ ਆਉਂਦਾ ਹੈ ਕਿ ਕੁਝ ਖਾਲਸੇ ਸਿੱਖ ਦਿੱਲੀ ਦੇ ਜਾਂਦੇ ਨੇ ਤੇ ਉੱਥੇ ਦਿੱਲੀ ਦੇ ਸਿੱਖਾਂ ਨੂੰ ਇਹ ਕਹਿੰਦੇ ਨੇ ਕਿ ਤੁਸੀਂ ਅਨੰਦਪੁਰ ਸਾਹਿਬ ਚੱਲੋ, ਖਾਲਸਾ ਸਜੋ ਤੇ ਇਹ ਯੁੱਧ ਹੋਏਗਾ। ਉਹ ਕਹਿੰਦੇ ਅਸੀਂ ਇਹ ਨਹੀਂ ਲੜਨਾ, ਸਾਡਾ ਇੱਥੇ ਵਪਾਰ ਚੱਲਦਾ, ਅਸੀਂ ਇੱਥੇ ਇੰਜ ਰਹਿੰਦੇ ਆ, ਸਾਨੂੰ ਨਹੀਂ ਇਹ ਗੱਲ ਵਾਰਾ ਖਾਂਦੀ। ਉਹਨਾਂ ਦੇ ਵਿੱਚ ਆਪਸ ਦੇ ਵਿੱਚ ਕਲਹ ਕਲੇਸ਼ ਦਾ ਸਵਾਲ ਪੈਦਾ ਹੁੰਦਾ। ਬਿਲਕੁਲ 18ਵੀਂ ਸਦੀ ਦੇ ਸ਼ੁਰੂ ਦੇ ਦਿਨਾਂ ਦੀ ਗੱਲ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਚਲਾਣੇ ਤੋਂ ਬਾਅਦ ਤੇ ਬੰਦਾ ਬਹਾਦਰ ਦੇ ਆਉਣ ਤੋਂ ਪਹਿਲਾਂ। ਇਹੋ ਹੀ ਧਿਰਾਂ ਬੰਦਾ ਬਹਾਦਰ ਦੇ ਖਿਲਾਫ ਇਕੱਠੀਆਂ ਵੀ ਕਿਵੇਂ ਹੁੰਦੀਆਂ ਨੇ, ਜਿਨ੍ਹਾਂ ਨੂੰ ਅਸੀਂ ਤਤ ਖਾਲਸਾ ਕਹਿ ਲੈਂਦੇ ਆ। ਇਹੋ ਹੀ ਤਰ੍ਹਾਂ ਅੱਜ ਵੀ ਇਹਨਾਂ ਦੇ ਕੋਲ ਆਰਗੂਮੈਂਟ ਕੀ ਹੁੰਦੀ ਹੈ ਕਿ ਜੀ ਅਸੀਂ ਤੇ ਸਿੱਖੀ ਸਿਧਾਂਤਾਂ ਦੀ ਇੱਕ ਬੜੀ ਮਰਿਆਦਾ ਦੇ ਰਾਖੀ ਕਰਨੀ ਹੈ। ਇਸ ਮਰਿਆਦਾ ਦੀ ਰਾਖੀ ਦੇ ਵਿੱਚ ਉਹਨੂੰ ਕਦੇ ਅਸੀਂ ਪੰਜ ਕਕਾਰਾਂ ਦੇ ਨਾਲ ਜੋੜ ਲੈਂਦੇ ਆ, ਕਦੇ ਰਹਿਤਨਾਮੇ ਲੈ ਆਉਂਦੇ ਆ। ਮੈਨੂੰ ਤਾਂ ਸਤਿਕਾਰ ਕਮੇਟੀਆਂ ਤੋਂ ਬਹੁਤ ਡਰ ਲੱਗਦਾ ਵੀ। ਬਿਲਕੁਲ, ਹੁਣ ਮੈਂ ਸਤਿਕਾਰ ਕਮੇਟੀਆਂ ਦੱਸਣਗੀਆਂ। ਦਿੱਕਤ ਇਹ ਹੈ ਕਿ ਦੂਸਰੇ ਪਾਸੇ ਇਹਨਾਂ ਦੇ ਬਾਰਕਸ ਨਾਮਧਾਰੀ ਆਪਣੇ ਆਪ ਨੂੰ ਸੰਤ ਖਾਲਸਾ ਕਹਿ ਰਹੇ ਨੇ, ਜਿਹੜੇ ਲੜ ਰਹੇ ਨੇ। ਮੈਨੂੰ ਇਹ ਦੱਸੋ, ਲੈਟ ਮੀ ਸ਼ਾਹ ਮੁਹੰਮਦ ਜੀ, ਤੁਸੀਂ ਗੱਲ ਇਹ ਰੈਫਰੈਂਸ ਪੂਰਾ ਕਰੋ ਜੀ। ਸ਼ਾਹ ਮੁਹੰਮਦ ਸਿੰਘ ਕਿਹਨਾਂ ਨੂੰ ਕਹਿ ਰਿਹਾ ਹੈ? ਸਿੰਘ ਲੈਣਗੇ ਦਿੱਲੀ ਨੂੰ ਮਾਰਮੀਆਂ। ਉਹ ਆਮ ਪੰਜਾਬੀ ਪਿੰਡੂ ਨੌਜਵਾਨ ਹਿੰਦੂ ਮੁਸਲਮਾਨ ਸਿੱਖ ਨੂੰ ਸਿੰਘ ਕਹਿ ਰਿਹਾ ਹੈ, ਸਰਦਾਰਾਂ ਨੂੰ ਨਹੀਂ ਉਹ ਕਹਿ ਰਿਹਾ, ਜਿਹੜੇ ਅੰਗਰੇਜ਼ਾਂ ਦੇ ਨਾਲ ਮਿਲ ਚੁੱਕੇ ਆ, ਜਿਹੜੇ ਗੱਦਾਰੀ ਕਰ ਚੁੱਕੇ ਆ।
ਮੈਂ ਇਸ ਕਰਕੇ ਇਹ ਗੱਲ ਕਹਿ ਰਿਹਾ ਕਿ ਜੇ ਇਸ ਲਿਹਾਜ਼ ਦੇ ਨਾਲ ਦੇਖਿਆ ਜਾਵੇ ਕਿ ਜਿਹੜਾ ਵੀ ਲੋਕਾਂ ਦੇ ਲਈ ਲੜਾਈ ਲੜਦਾ ਸੋ ਖਾਲਸਾ ਹੈ, ਜੇ ਅੱਜ ਕੱਲ ਦੇ ਖੱਬੇ ਪੱਖੀਆਂ ਨੂੰ ਆਪਣੇ ਆਪ ਨੂੰ ਇਉਂ ਖਾਲਸਾ ਕਹਾਉਣ ਤੋਂ ਸ਼ਰਮ ਆ ਰਹੀ ਹੈ ਕਿ ਤੁਸੀਂ ਕਲੇਮ ਕਿਉਂ ਨਹੀਂ ਕਰ ਸਕਦੇ ਇਸ ਗੱਲ ਨੂੰ, ਤਾਂ ਮੈਂ ਇਹ ਸਮਝਦਾ ਕਿ ਇਹ ਉਹਨਾਂ ਦੇ ਅੰਦਰ ਵੀ ਇੱਕ ਵਿਚਾਰਧਾਰਕ ਖੱਪਾ ਹੈ। ਇਸ ਕਰਕੇ ਉਹਨਾਂ ਨੇ ਕੀ ਕੀਤਾ ਕਿ ਖਾਲਸੇ ਦਾ ਮਤਲਬ ਪੰਜ ਕਕਾਰ, ਉਹਦਾ ਮਤਲਬ ਦਮਦਮੀ ਟਕਸਾਲ, ਇਧਰਲੇ ਪਾਸੇ ਲਈ ਉਹਨਾਂ ਨੇ ਰੀਸੈਂਟਲੀ ਡਾਕਟਰ ਸਰਬਜਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਵਾਲਿਆਂ ਨੇ ਸੈਮੀਨਾਰ ਕਰਵਾਇਆ ਲੁਧਿਆਣੇ, ਤੇ ਡਾਕਟਰ ਬਲਕਾਰ ਸਿੰਘ ਹਰਾਂ ਨੂੰ ਉੱਥੇ ਸੁਣਿਆ ਪੰਜਾਬੀ ਯੂਨੀਵਰਸਿਟੀ ਵਾਲਿਆਂ ਨੂੰ ਹੀ, ਉਹ ਮੇਰੇ ਕੋਲ ਵਰਲਡ ਪੰਜਾਬੀ ਸੈਂਟਰ ਨਾਲ ਜੁੜੇ ਨੇ ਅੱਜ ਕੱਲ੍ਹ, ਤੇ ਡਾਇਰੈਕਟਰ ਨੇ, ਤੇ ਉਹਨਾਂ ਨੇ ਗੱਲ ਕੀਤੀ। ਉਹ ਕਹਿੰਦੇ ਨੇ ਬਿਨਾਂ ਸਿੱਖ ਹੋਇਆਂ ਵੀ ਸਿੱਖ ਹੋਇਆ ਜਾ ਸਕਦਾ, ਤੇ ਸਿੱਖ ਹੋ ਕੇ ਵੀ ਸਿੱਖ ਨਹੀਂ ਹੋਣਾ ਵੀ ਪੋਸੀਬਲ ਕੀ ਕਰ ਰੱਖਿਆ ਸੀ। ਸੋ ਪਰ ਚਾਨਣਾ ਸਾਹਿਬ ਤੁਹਾਡੇ ਤੋਂ ਜਿਹੜਾ ਸਵਾਲ ਮੈਂ ਪੁੱਛ ਰਿਹਾ ਉਹ ਤੁਹਾਡੀ, ਮੈਨੂੰ ਲੱਗਦਾ ਤੁਹਾਡੀ ਕਿਤਾਬ 'ਚ ਹੀ ਸਵਾਲ ਪੜ੍ਹਦੇ ਜਾਣ ਤੇ ਚੰਗਾ ਐਵੇਂ ਐਂਕਰ ਨੂੰ ਆਪਣੇ ਬਣਾਉਣ ਦੀ ਲੋੜ ਹੀ ਨਹੀਂ ਪੈਣੀ। ਤੁਸੀਂ ਇਹਦੇ 'ਚ ਲਿਖਿਆ ਕਿ ਇਤਿਹਾਸ ਦੀ ਰਚਨਾ, ਔਰ ਆਖਰੀ ਪੰਨੇ ਤੋਂ ਸਵਾਲ ਹੈ, ਇਤਿਹਾਸ ਦੀ ਰਚਨਾ ਵਿੱਚ ਪ੍ਰਧਾਨ ਦ੍ਰਿਸ਼ਟੀਕੋਣ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ, ਡੋਮੀਨੈਂਟ ਨੈਰੇਟਿਵ ਕਿੱਦਾਂ ਚੱਲੇਗਾ, ਅਤੇ ਕਲਮਕਾਰਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਹਰ ਹੀਲਾ ਇਸਤੇਮਾਲ ਕਰਦਾ ਹੈ। ਪ੍ਰਧਾਨ ਦ੍ਰਿਸ਼ਟੀਕੋਣ ਹਰ ਯੁੱਗ ਵਿੱਚ ਪ੍ਰਧਾਨ ਦ੍ਰਿਸ਼ਟੀਕੋਣ ਸੱਤਾ ਅਤੇ ਸਾਧਨਾ ਦੇ ਮਾਲਕਾਂ ਦਾ ਰਿਹਾ ਹੈ। ਹੁਣ ਤੁਸੀਂ ਦੱਸੋ ਵੀ ਇਹ ਅੰਦੋਲਨ ਦੀ ਜਿਸ ਵੇਲੇ ਬਿਰਤਾਂਤਕਾਰੀ ਹੋਣੀ ਹੈ, ਜਦੋਂ ਇਹਦਾ ਨੈਰੇਟਿਵ ਲਿਖਿਆ ਜਾਵੇਗਾ, ਹੂਜ਼ ਨੈਰੇਟਿਵ ਵਿਲ ਕੈਰੀ ਬਿਯੋਂਡ ਦਾ ਟੌਪੀਕਲ, ਕਿਸ ਦਾ ਪ੍ਰਧਾਨ ਦ੍ਰਿਸ਼ਟੀਕੋਣ ਇਸ ਅੰਦੋਲਨ ਦੀ ਕਹਾਣੀ ਦੱਸੇਗਾ। ਬਾਬਾ ਬੰਦਾ ਬਹਾਦਰ ਦੀ ਕਹਾਣੀ ਦੱਸਣ ਲਈ ਅੱਜ ਤੱਕ ਜ਼ੋਰ ਲੱਗਾ, ਤੁਸੀਂ ਇਹਦੇ ਲਈ ਫਿਲਮ ਵੀ ਬਣਾਈ ਹੈ, ਕੀ ਨਾਮ ਹੈ ਤੁਹਾਡੀ ਫਿਲਮ ਦਾ? ਗੁਰੂ ਦਾ ਬੰਦਾ, ਔਰ 2 ਘੰਟੇ ਪਲੱਸ ਦੀ ਫਿਲਮ ਹੈ। ਵੈਸੇ ਤੁਸੀਂ ਫਿਲਮਕਾਰ ਹੋ, ਮੈਂ ਹੋਪ ਕਿ ਇਹ ਗੱਲ ਦੱਸੀ ਹੈ ਲੋਕਾਂ ਨੂੰ। ਸੋ ਇਹ ਕਹਾਣੀ ਜਿਹੜੀ ਧਿਰ ਦੱਸੇਗੀ, ਅੰਦੋਲਨ ਉਸ ਪ੍ਰਿਜ਼ਮ ਦੇ ਵਿੱਚੋਂ ਵੇਖਿਆ ਜਾਵੇਗਾ ਜਿਹਦੀ ਕਹਾਣੀ ਡੋਮੀਨੇਟ ਕਰਦੀ। ਇਹਨੂੰ ਜੇ ਆਪਾਂ ਥੋੜਾ ਜਿਹਾ ਹੋਰ ਸਿੰਪਲੀਫਾਈ ਕਰ ਲਈਏ ਨਾ, ਜ਼ਰੂਰ। ਹੁਣ ਕੀ ਕਿਹਾ ਜਾ ਰਿਹਾ ਕਿ ਇਹ ਗੋਦੀ ਮੀਡੀਆ ਕੀ ਹੈ? ਪ੍ਰਧਾਨ ਦ੍ਰਿਸ਼ਟੀਕੋਣ ਅਸੀਂ ਕਿਹਨੂੰ ਕਹਿੰਦੇ? ਜਿਹੜਾ ਸੱਤਾ ਦਾ ਦ੍ਰਿਸ਼ਟੀਕੋਣ ਹੈਗਾ ਆ, ਉਹ ਡੋਮੀਨੈਂਟ ਹੁੰਦਾ ਆ, ਉਹਨੂੰ ਹੀ ਅਸੀਂ ਪ੍ਰਧਾਨ ਦ੍ਰਿਸ਼ਟੀਕੋਣ ਜਿੱਦਾਂ ਕਿ ਵੀ ਉਹ ਫਿਰ ਹਰ ਕੋਸ਼ਿਸ਼ ਕਰਦੇ ਆ ਕਿ ਜਿਹੜੇ ਰਾਈਟਰ ਹੈਗੇ ਆ ਉਹਨਾਂ ਨੂੰ ਵੀ ਆਪਣੇ ਲਾਈਨ ਤੇ ਲਿਆਂਦਾ ਜਾਵੇ, ਜਿਹੜੇ ਜਰਨਲਿਸਟ ਹੈਗੇ ਉਹਨਾਂ ਨੂੰ ਵੀ ਲਿਆਂਦਾ ਜਾਏ, ਜਿਹੜੇ ਉਹਨਾਂ ਦੇ ਖਿਲਾਫ ਲਿਖਦੇ ਆ ਉਹਨਾਂ ਦੇ ਉੱਤੇ ਜ਼ਬਰ ਕੀਤਾ ਜਾਂਦਾ। ਔਰ ਪ੍ਰਧਾਨ ਦ੍ਰਿਸ਼ਟੀਕੋਣ ਤਾਂ ਵੀ ਇੱਕ ਦ੍ਰਿਸ਼ਟੀਕੋਣ ਹੀ ਹੁਣ ਲੋਕਾਂ ਦੇ ਵਿੱਚ ਜਾਵੇ, ਇਸ ਸੰਘਰਸ਼ ਦੇ ਬਾਰੇ ਵੀ ਉਹਦੇ ਤੇ ਵੀ ਪੂਰਾ ਜ਼ੋਰ ਲੱਗਾ ਹੋਇਆ। ਇਸੇ ਤਰ੍ਹਾਂ ਜਦੋਂ ਇਤਿਹਾਸ ਦੀ ਰਚਨਾ ਕੀਤੀ ਜਾਂਦੀ ਹੈ, ਉਦੋਂ ਇੱਕ ਮੈਂ ਇਹਦੇ 'ਚ ਹੋਰ ਗੱਲ ਵੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਹਾਲਾਤ ਬੰਦੇ ਦੇ ਕੰਟਰੋਲ 'ਚ ਨਹੀਂ ਹੁੰਦੇ ਹੈਗੇ, ਉਹ ਆਪਣੇ ਹਿਸਾਬ ਨਾਲ ਚੱਲਦੇ, ਚਾਹੇ ਰੂਲਿੰਗ ਹੋਵੇ ਤੇ ਚਾਹੇ ਨਾਨ ਰੂਲਿੰਗ ਹੋਵੇ ਜੀ। ਜਦੋਂ ਉਹ ਕੁਝ ਹਾਲਾਤ ਨੂੰ ਉਹਨੇ ਕੁਝ ਆਪਣੇ ਮੁਤਾਬਕ ਚਲਾ ਸਕਦਾ, ਫਿਰ ਉਹ ਲਿਖਣ ਦੇ ਉੱਤੇ ਜ਼ੋਰ ਲਾਉਂਦਾ ਕਿ ਮੈਂ ਹੁਣ ਇਹਨੂੰ ਤਰੋੜ ਮਰੋੜ ਕੇ ਪੇਸ਼ ਕਰਾਂ। ਸੋ ਇਸ ਕਰਕੇ ਉਹ ਹਿਸਟਰੀ ਨੂੰ ਤਰੋੜ ਮਰੋੜਨ ਦਾ ਜਿਹੜਾ ਨਾ ਇਹ ਬਹੁਤ ਪੁਰਾਣਾ ਇੱਕ ਤਰੀਕਾ ਹੈਗਾ। ਔਰ ਇਹ ਰੂਲਿੰਗ ਕੱਲ ਹਿਸਟਰੀ ਨੂੰ ਨਹੀਂ ਤਾਂ ਪ੍ਰੈਜ਼ੈਂਟ ਨੂੰ ਵੀ ਤੋੜਨਾ ਮਰੋੜਨਾ ਹੁੰਦਾ, ਨਾਲੇ ਅੰਦੋਲਨ ਚੱਲ ਰਿਹਾ ਹੋਵੇ ਤੇ ਫਿਰ ਉਹਦਾ ਵੀ ਫਾਇਦਾ ਉਠਾਉਣਾ ਹੁੰਦਾ। ਹੁਣ ਸੂਚਨਾ ਨੂੰ ਵੀ ਤੋੜ ਮਰੋੜ ਕੇ ਦੱਸੋ। ਬਿਲਕੁਲ ਕਿਵੇਂ ਕੀ ਹੋਇਆ ਕੀ ਨਹੀਂ ਹੋਇਆ। ਮੈਂ ਤਾਂ ਦੇਖਿਆ ਜਿਹੜੇ TRP ਜਾਂ ਗੋਦੀ ਮੀਡੀਆ ਨੂੰ ਕੁਐਸਚਨ ਕਰਦੇ ਨੇ, ਉਹਨਾਂ ਨੂੰ ਹੁੰਦਾ ਵੀ ਹੁਣ ਸਾਡੀ ਵਿਊਅਰਸ਼ਿਪ ਕਿੱਦਾਂ ਲੱਭ ਜੇ, ਜਾਂ ਇਸ ਅੰਦੋਲਨ ਦੇ ਸਿਰ ਤੇ ਸਾਡਾ ਕੋਈ YouTube ਚੈਨਲ ਛੇਤੀ ਨਾਲ ਜ਼ਿਆਦਾ ਚੱਲ ਜਾਵੇ, ਉਹਦੇ ਲਈ ਕੋਈ ਧਮਾਕੇਦਾਰ ਹੀ ਕੁਝ ਕਰ ਦਈਏ, ਕੋਈ ਧਮਾਕੇਦਾਰ ਇੰਟਰਵਿਊ, ਕੋਈ ਧਮਾਕੇਦਾਰ ਗੱਲ। ਇੱਕ ਪੁਆਇੰਟ ਹੋਰ ਮੈਂ ਐਡ ਕਰ ਦੇਵਾਂ ਕਿ ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਤੁਸੀਂ ਕਿਹਾ ਕਿ ਵੀ ਉਹਨਾਂ ਨੂੰ 200-250 ਸਾਲ ਤੱਕ ਤਾਂ ਕੁਝ ਹੋਰ ਹੀ ਪਿਕਚਰ ਉਹਦੀ ਬਣਾ ਕੇ ਪੇਸ਼ ਕੀਤੀ ਜਾਂਦੀ ਰਹੀ ਹੈ ਨਾ। ਉਹ ਪ੍ਰਧਾਨ ਦ੍ਰਿਸ਼ਟੀਕੋਣ ਜਿਹੜਾ ਅਸੀਂ ਕਹਿੰਦੇ ਆ ਕਿ ਕਿੱਦਾਂ ਪੇਸ਼ ਕਰਨਾ, ਇੱਕ ਹੀਰੋ ਸੀ ਔਰ ਇੱਕ ਮਹਾਨ ਹੀਰੋ, ਦੁਨੀਆ ਦਾ ਮਹਾਨ ਹੀਰੋ। ਇਹੋ ਜਿਹੀ ਘਟਨਾ ਹੈ ਪੰਜਾਬ ਦੀ ਧਰਤੀ ਤੇ ਵਾਪਰੀ। ਕਿਸਾਨ ਅੰਦੋਲਨ ਤਾਂ ਬਹੁਤ ਹੋਏ ਦੁਨੀਆ ਦੇ ਵਿੱਚ, ਹਜ਼ਾਰਾਂ ਸਾਲਾਂ, ਸੈਂਕੜੇ ਸਾਲਾਂ ਤੋਂ ਚੱਲੇ ਆ ਰਹੇ ਸੀਗੇ। ਇਹ ਕਦੀ ਨਹੀਂ ਹੋਇਆ ਸੀ, ਇਹ ਨਹੀਂ ਸੀ ਹੋਇਆ ਕਿ ਰਾਜ ਲੈਂਡਲੈਸ ਨੂੰ ਲੈਂਡ ਚਲੀ ਜੇ, ਪਾਵਰ ਸਿੱਧੀ ਚਲੀ ਜੇ, ਰਾਜ ਖੋ ਕੇ ਜ਼ਮੀਨਾਂ ਵੰਡ ਦਿੱਤੀਆਂ ਜਾਣ। ਇਹ ਪਹਿਲੀ ਵਾਰੀ ਪੰਜਾਬ 'ਚ ਹੋਇਆ ਸੀ ਔਰ ਦੁਨੀਆ ਦੇ ਹਿਸਟਰੀ ਜੀ। ਤੁਹਾਡੀ ਗੱਲ ਦੇ ਵਿੱਚ ਹੀ ਮੈਂ ਜੋੜ ਦਿਆਂ, ਆਖਰੀ ਸ਼ਬਦ ਨੇ ਤੁਹਾਡੇ ਕੋਲ ਸੁਨੀਲ, ਆਖਰੀ ਸ਼ਬਦ ਨੇ ਬਿਲਕੁਲ, ਕਿ ਦੁਨੀਆ ਭਰ ਦੇ ਵਿੱਚ ਜਿੱਥੇ ਬੁਰਜੂਆ ਡੈਮੋਕ੍ਰੈਟਿਕ ਰੈਵੋਲੂਸ਼ਨਸ ਹੋਏ, ਜਿੱਥੇ ਰਾਜਿਆਂ ਦੇ ਖਿਲਾਫ ਲੋਕਾਂ ਦੀ ਬਗਾਵਤ ਹੋਈ ਤੇ ਪਾਰਲੀਮਾਨੀ ਸਿਸਟਮ ਆਇਆ, ਉਹਦੇ ਵਿੱਚ ਕਿਸਾਨੀ ਦਾ ਬਲ ਹੁੰਦਾ ਸੀ ਤੇ ਅਗਵਾਈ ਮੱਧ ਵਰਗ ਦੀ ਹੁੰਦੀ ਸੀ। ਤੇ ਮੱਧ ਵਰਗ ਬਾਅਦ ਦੇ ਵਿੱਚ ਜਿੱਤ ਕੇ ਕਿਸਾਨੀ ਤੋਂ ਮੂੰਹ ਮੋੜ ਕੇ ਤੇ ਦੁਬਾਰਾ ਉਸੇ ਹੀ ਤਾਕਤ ਦੇ ਨਾਲ ਸਮਝੌਤਾ ਕਰਕੇ ਇੱਕ ਕਿਸਮ ਦੇ ਨਾਲ ਅੱਗੇ ਵਧਦੀ ਰਹੀ। ਅਸੀਂ ਇਸ ਗੱਲ ਨੂੰ ਵੇਖਿਆ। ਪੰਜਾਬ ਦੇ ਵਿੱਚ ਇਹ ਜਿਹੜੀ ਲੜਾਈ ਹੈ ਰਾਜਿਆਂ ਦੇ ਖਿਲਾਫ ਤੇ ਉਸ ਕਿਸਮ ਦੀ ਸੱਤਾ ਦੇ ਖਿਲਾਫ, ਇਹਦੇ ਵਿੱਚ ਕੋਈ ਮੱਧ ਵਰਗ ਨਹੀਂ ਹੈ। ਇਹਦੇ ਵਿੱਚ ਦਸਤਕਾਰ ਨੇ ਤੇ ਕਿਸਾਨ ਨੇ ਤੇ ਹੋਰ ਪਿੰਡੂ ਤਬਕੇ ਨੇ ਜਿਹੜੇ ਉਹਨਾਂ ਦਾ ਸਾਥ ਦੇ ਰਹੇ ਨੇ, ਔਰ ਇਹ ਜਿੱਤਦੇ ਹੈ। ਪੈਰਿਸ ਕਮਿਊਨ 81 ਦਿਨ ਚੱਲ ਸਕਿਆ ਸੀ।
ਤੇ ਇਹ ਉਹਦਾ ਇੰਨਾ ਜ਼ਿਕਰ ਹੈ ਯੂਰਪ ਦੇ ਇਤਿਹਾਸ ਦੇ ਵਿੱਚ, ਜਿਹੜੀਆਂ ਉੱਥੋਂ ਦੀਆਂ ਵੱਡੀਆਂ ਇਨਕਲਾਬੀ ਲਹਿਰਾਂ ਹੋਈਆਂ, ਬੋਲਸ਼ਵਿਕਾਂ ਨੇ ਉਹਨੂੰ ਬਹੁਤ ਧਿਆਨ ਦੇ ਨਾਲ ਸਟੱਡੀ ਕੀਤਾ ਹੋਇਆ ਸੀ। ਬੰਦਾ ਬਹਾਦਰ ਦੀ ਜਿਹੜੀ ਜਿੱਤ ਹੈ ਔਰ ਬੰਦਈ ਖਾਲਸੇ ਦੀ, ਉਹ ਇਤਿਹਾਸ, ਦੁਨੀਆ ਦੇ ਇਤਿਹਾਸ ਦੀ ਬਹੁਤ ਵੱਡੀ ਘਟਨਾ ਹੈ ਜਿਹੜੀ ਪੰਜਾਬ ਦੇ ਵਿੱਚ ਵਾਪਰੀ। ਦੂਜੀ ਗੱਲ ਮੈਂ ਇਹਦੇ ਨਾਲ ਜੋੜਦੇ ਹਾਂ ਬੰਦਾ ਬਹਾਦਰ ਦੇ ਹਵਾਲੇ ਦੇ ਨਾਲ, 8 ਮਹੀਨੇ ਰਹੀ ਜੀ, ਉਹਦੀ ਸ਼ਹਾਦਤ ਤੱਕ ਰਹੀ, ਲੜਦੇ ਰਹੇ, ਉਹਨਾਂ ਨੇ ਹਿਲਾ ਕੇ ਤੇ ਰੱਖਿਆ ਨਾ ਸਾਰਾ ਕੰਮ। ਤੇ ਦੂਸਰੀ ਜਿਹੜੀ ਗੱਲ ਆਪਾਂ ਜੇ ਇਹਦੇ ਵੱਲ ਗੌਰ ਕਰੀਏ ਕਿ ਇਹੀ ਵੇਲਾ ਹੈ ਜਦੋਂ ਝੋਕ ਸ਼ਹਿਰ ਦੇ ਵਿੱਚ ਬਾਬਾ ਬੁੱਲੇ ਸ਼ਾਹ ਦੇ ਜਿਹੜੇ ਮੁਰਸ਼ਦ ਨੇ ਸ਼ਾਹ ਇਨਾਇਤ ਕਾਦਰੀ, ਉਹ ਵੀ ਬਗਾਵਤ ਕਰਦੇ ਆ ਤੇ ਉਹਨਾਂ ਦਾ ਵੀ ਝੋਕ ਸ਼ਹਿਰ ਦੇ ਉੱਪਰ ਸੂਫੀਆਂ ਦਾ ਕਬਜ਼ਾ, ਰੈਡੀਕਲਾਂ ਦਾ, ਸ਼ਤਾਰੀਆਂ ਦਾ ਰਹਿੰਦਾ ਉੱਥੇ 3 ਮਹੀਨੇ ਦੇ ਕਰੀਬ। ਉਸ ਇਤਿਹਾਸ ਨੂੰ ਵੀ ਨਾ ਭੁੱਲੀਏ। ਸਤਨਾਮੀ ਸਾਡੇ ਚੇਤੇ ਰਹਿਣ, ਜਿਹੜੇ ਇਧਰਲੇ ਪਾਸੇ ਹੋਏ, ਦਿੱਲੀ ਦੇ ਪਰਲੇ ਪਾਸੇ ਗੋਪਾਲ ਜਾਟ, ਇਹ ਉਹ ਦੌਰ ਸੀ ਜਦੋਂ ਕਿ ਇਹ ਬਗਾਵਤਾਂ ਹੋ ਰਹੀਆਂ ਸੀ। ਸਤਨਾਮੀਆਂ ਤੇ ਬੰਦਾ ਬਹਾਦਰ ਦੀ ਫੌਜ ਦੇ ਵਿੱਚ ਸਿਧਾਂਤਕ ਤਿਆਰੀ ਇਹਦੀ ਬਹੁਤ ਅਗਾਂਹ ਦੀ ਹੋਈ ਸੀ। ਮੈਂ ਸਿੰਘੂ ਟੀਕਰੀ ਗਾਜ਼ੀਪੁਰ ਸਾਡੀ ਵੀ ਸਿਧਾਂਤਕ ਤਿਆਰੀ ਤੇ ਕਰਵਾ ਰਿਹਾ। ਇੱਕ ਛੋਟਾ ਜਿਹਾ ਕਮਿਊਨ ਕੁਝ ਦਿਨਾਂ ਲਈ ਉੱਥੇ ਵਸਿਆ ਤੇ ਪਿਆ ਹੀ ਹੈ, ਬਿਲਕੁਲ ਵਸਿਆ ਪਿਆ। ਬੰਦਾ ਬਹਾਦਰ ਦੇ ਬਾਬਤ ਇੱਕ ਗੱਲ ਨੂੰ, ਇਹ ਹੁਣ ਪਤਾ ਨਹੀਂ ਲੋਕ ਇਹਨੂੰ ਯਾਦ ਕਰਨਗੇ ਕਿ ਨਹੀਂ, ਕਿ ਮਾਸਟਰ ਮੋਤਾ ਸਿੰਘ ਇੱਕ ਗੱਲ ਕਹਿੰਦੇ ਆ ਕਿ ਅਕਾਲ ਸ਼ਿਵਿਜ਼ਮ ਚਾਹੀਦਾ ਪੰਜਾਬ ਦੇ ਵਿੱਚ। ਅਕਾਲ ਸ਼ਿਵਿਜ਼ਮ ਜੀ, ਕਿ ਬੋਲਸ਼ੇਵਿਕਾਂ ਨੇ ਜਿਵੇਂ ਰੂਸ ਦੇ ਵਿੱਚ ਇਨਕਲਾਬ ਲਿਆਂਦਾ, ਸਾਨੂੰ ਪੰਜਾਬ ਦੇ ਵਿੱਚ ਅਕਾਲ ਸ਼ਿਵਿਜ਼ਮ, ਅਕਾਲੀ ਲਹਿਰ ਤੇ ਮਾਰਕਸਵਾਦੀ ਪਰੰਪਰਾ ਦੇ ਤੇ ਸਿਆਸਤ ਦੇ ਸੁਮੇਲ ਦੀ ਗੱਲ ਉਹਨਾਂ ਨੇ ਉੱਥੇ ਕੀਤੀ ਹੈ। ਪਹਿਲੀ ਗੱਲ, WhatsApp ਗਰੁੱਪਾਂ ਦੇ ਵਿੱਚ ਨਵੇਂ ਅਟੈਕਸ ਲਈ ਤਿਆਰ ਰਹਿਣਾ। ਮੈਂ ਬਿਲਕੁਲ ਤਿਆਰ ਹਾਂ। ਦੂਜੀ ਗੱਲ ਇਹ ਹੈ ਕਿ ਉਸੇ ਥਾਂ ਦੇ ਉੱਪਰ ਇੱਕ ਕਿਸਾਨ ਕਾਨਫਰੰਸ ਹੁੰਦੀ ਹੈ ਪਤਾਰਾ ਪਿੰਡ ਦੇ ਵਿੱਚ, ਮਾਸਟਰ ਮੋਤਾ ਸਿੰਘ ਦੇ ਪਿੰਡ 'ਚ, ਤੇ ਜਦੋਂ ਉੱਥੇ ਡੈਲੀਗੇਟ ਪਹੁੰਚਦੇ ਨੇ ਤਾਂ ਜਿਹੜਾ ਉਹਦਾ ਸਵਾਗਤੀ ਗੇਟ ਬਣਿਆ ਹੋਇਆ ਹੈ, ਉਹਦੇ ਇੱਕ ਪਾਸੇ ਦਾਤੀ ਹਥੌੜਾ ਹੈ, ਇੱਕ ਥੰਮਲੇ ਤੇ, ਦੂਜੇ ਥੰਮਲੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਤਸਵੀਰ ਹੈ। ਇਹ ਲੈਗੇਸੀ ਨੂੰ ਰੱਖਣਾ, ਪੂਰਾ ਬਣਾ ਕੇ ਇਹਨੂੰ ਚੇਤੇ ਰੱਖਣਾ ਬੜਾ ਲਾਜ਼ਮੀ ਹੈ। ਇਹ ਵੀ ਸਿੰਘੂ ਬਾਰਡਰ ਦੀ ਲਗਭਗ ਰਿਪੋਰਟ ਹੀ ਹੈ, ਲਗਭਗ ਉਹਦੀ ਜਰਨਲਿਸਟਿਕ ਰਿਪੋਰਟ ਹੀ ਹੈ ਕਿ ਇੱਕ ਪਾਸੇ ਇਸ ਗੱਲ ਦਾ ਜ਼ਿਕਰ ਕਰਕੇ ਹੋਣੀ ਚਾਹੀਦੀ ਹੈ। ਜੀ ਬਿਲਕੁਲ। ਸਤਨਾਮ ਚਾਨਾ ਹੋਰਾਂ ਨੇ ਵੈਸੇ ਕਿਤਾਬ ਦੀ ਜਿਹੜੀ ਇੰਟਰੋਡਕਸ਼ਨ ਲਿਖੀ ਹੈ ਆਪਣੀ, ਉਹਦੇ ਐਂਡ ਤੇ ਲਿਖਦੇ ਨੇ, ਜੇ ਮੈਂ ਛੇਤੀ ਨਾਲ ਉਹ ਪੇਜ ਤੁਹਾਡਾ ਮੈਨੂੰ ਦਸਤਿਆਬ ਹੋ ਜਾਵੇ, ਤੁਸੀਂ ਕਿਹਾ ਵੀ ਇਹ ਸਾਰੀ ਕਿਤਾਬ ਬਹਿਸ, ਪੜਚੋਲ, ਵਿਸ਼ਲੇਸ਼ਣ ਤੋਂ ਬਾਅਦ ਜਿਹੜਾ ਤੁਸੀਂ ਇੱਕ ਸੈਂਟੈਂਸ ਲਿਖਦੇ ਹੋ, ਤੁਸੀਂ ਕਿਹਾ ਵੀ ਇੰਨੀ ਸਾਰੀ ਮਿਹਨਤ ਕਰਕੇ ਸਿਰਫ ਵਾਸਤਵਿਕਤਾ ਘੋਖਣ ਦਾ ਹੀ ਯਤਨ ਕੀਤਾ ਹੈ, ਨਿਪਟਾਇਆ ਨਹੀਂ ਹੈ। ਸੋ ਮੈਨੂੰ ਲੱਗਦਾ ਹੈ ਆਈ ਸ਼ੁਡ ਬੋਰੋ ਦੈਟ ਪਾਰਟ ਆਲਸੋ, ਕਿ ਇਸ ਬਹਿਸ ਦੇ ਵਿੱਚ ਮੈਂ ਉਸ ਤੋਂ ਪਹਿਲਾਂ ਖੈਰ ਜ਼ਿਕਰ ਜ਼ਰੂਰ ਕਰਦੇ ਹਾਂ ਸਿੱਖ ਫਲਸਫੇ ਦਾ ਰਾਜਨੀਤਿਕ ਏਜੰਡਾ ਤੇ ਪੰਜਾਬ ਕਮਿਊਨ, ਇੱਕ ਇਤਿਹਾਸਕ ਪ੍ਰੀਪੇਕ, ਬਿਊਟੀਫੁਲ ਵਰਕ। ਖੁਸ਼ੀ ਹੈ ਇਸ ਗੱਲ ਦੀ ਕਿ ਇਸ ਅੰਦੋਲਨ ਦੇ ਵੇਲੇ ਇਹ ਕਿਤਾਬ ਦੁਬਾਰਾ ਚਰਚਾ ਵਿੱਚ ਆਈ ਹੈ, ਦੁਬਾਰਾ ਇਹਦੇ ਐਡੀਸ਼ਨ ਵੀ ਛਪ ਰਹੇ ਨੇ ਤੇ ਇਹਦੇ ਤੇ ਚਰਚਾਵਾਂ ਵੀ ਹੋ ਰਹੀਆਂ ਨੇ। ਮੈਂ ਵੀ ਅਖਬਾਰ ਦੇ ਵਿੱਚੋਂ ਇਹ ਖਬਰ ਪੜ੍ਹ ਕੇ ਮੈਨੂੰ ਇੱਕਦਮ ਧਿਆਨ ਆਇਆ ਸੀ ਕਿ ਤੁਹਾਨੂੰ ਇਹਦੇ ਤੇ ਮਦੂ ਕੀਤਾ ਜਾਵੇ। ਸੋ ਅਸੀਂ ਵੀ ਇੰਨਾ ਹੀ ਕੀਤਾ, ਵਾਸਤਵਿਕਤਾ ਘੋਖਣ ਦਾ ਯਤਨ ਨਹੀਂ ਕੀਤਾ। ਗੁੰਝਲਦਾਰ ਸਵਾਲ ਵਿਦਵਾਨਾਂ ਨੂੰ ਪੁੱਛੇ ਨੇ, ਮਸਲਾ ਨਿਪਟਾਇਆ ਕੋਈ ਨਹੀਂ ਹੈ, ਕਿਉਂਕਿ ਵੱਡੇ ਯੁੱਧ ਜਿੱਥੇ ਚੱਲ ਰਹੇ ਨੇ, ਜਿੱਥੇ ਪੰਜਾਬ ਕਮਿਊਨ ਵਸਿਆ ਪਿਆ ਅੱਜ ਦੀ ਤਾਰੀਖ ਦੇ ਵਿੱਚ, ਉੱਥੇ ਹੁਮਾ ਕੇ ਪੁੱਜਣਾ ਜਾਂ ਹੁਮਾ ਕੇ ਉਸ ਕਮਿਊਨ ਨੂੰ, ਉਸ ਲੜਾਈ ਨੂੰ, ਉਹਨਾਂ ਬਹਿਸਾਂ ਨੂੰ ਆਪਣੇ ਦਿਲਾਂ ਦੇ ਖੂੰਜਿਆਂ ਤੱਕ ਲੈ ਕੇ ਜਾਣਾ, ਪੜਚੋਲ ਕਰਨਾ, ਇਹਨਾਂ ਨਾਲ ਨਿਭਣਾ, ਇਹ ਸਾਰਾ ਵਿਸ਼ਾਲ ਅੰਦੋਲਨ ਹੈ। ਤੁਹਾਡੇ ਮਨ ਤੋਂ, ਘਰ ਤੋਂ, ਡਰਾਇੰਗ ਰੂਮ ਤੋਂ ਲੈ ਕੇ ਸਿੰਘੂ ਟੀਕਰੀ ਗਾਜ਼ੀਪੁਰ ਦੇ ਬਾਰਡਰ ਤੱਕ, ਦੇਸ਼ ਦੇ ਹਰ ਉਸ ਹਿੱਸੇ ਤੱਕ ਜਿੱਥੇ ਜਿੱਥੇ ਅਸੀਂ ਮੈਥਿਊ 5:5 ਦਾ ਮੀਕ ਸ਼ੈਲ ਇਨਹੈਰਿਟ ਦਾ ਅਰਥ ਹਲੀਮੀ ਰਾਜ ਹੋਵੇਗਾ, ਨਿਮਾਣੇ ਨੂੰ ਸੱਤਾ ਆਵੇਗੀ, ਉਹ ਸੁਪਨਾ ਦੇਖ ਰਹੇ ਹਾਂ। ਅੱਜ ਲਈ ਇੰਨਾ ਹੀ। ਦੁਆਵਾਂ 'ਚ ਯਾਦ ਰੱਖਣਾ। ਧੰਨਵਾਦ। ਤੇਰਾ ਰੱਖਾ।